once again we are going through a lot of inflation right now। महंगाई बहुत वधी हुई है, लोगों ਨੂੰ ਆਪਣੀਆਂ ਨੌਕਰੀਆਂ ਦੇ ਵਾਸਤੇ ਇਸ ਵੇਲੇ ਲਾਲੇ ਪਏ ਹੋਏ ਆ। ਸਾਡੇ ਇੰਟਰਸਟ ਰੇਟ ਜਿਹੜੇ ਆ ਉਹ ਵੱਧ ਰਹੇ ਆ। ਕੱਲ ਹੀ ਹਜੇ ਬੈਂਕ ਆਫ ਕੈਨੇਡਾ ਨੇ 75 ਬੇਸਿਕ ਪੁਆਇੰਟਸ ਵਧਾਏ ਆ। ਕਈ ਸਵਾਲ ਜਿਹੜੇ ਉਹ ਵਿਦਨ ਦਾ ਕਮਿਊਨਿਟੀ ਵੀ ਚੁੱਕੇ ਜਾਂਦੇ ਆ। ਜਦੋਂ ਤੁਸੀਂ ਕਿਸੇ ਮੀਟਿੰਗ ਦੇ ਵਿੱਚ ਬੈਠਦੇ ਹੋ, ਕਿਸੇ ਲੋਕਾਂ ਨੂੰ ਜਾ ਕੇ ਮਿਲਦੇ ਹੋ, ਤਾਂ ਲੋਕ ਦਬੀ ਆਵਾਜ਼ ਦੇ ਵਿੱਚ ਇਹ ਗੱਲ ਵੀ ਕਰਦੇ ਆ ਕਿ ਇਹਨਾਂ ਰੈਫਰੈਂਡਮਸ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕ ਕੌਣ ਨੇ। ਜੀ ਬਿਲਕੁਲ ਇੱਕ ਇਹ ਸੈਲਫ ਪ੍ਰੋਕਲੇਮਡ ਲੀਡਰਸ ਆਫ ਦੀ ਸਿੱਖ ਕਮਿਊਨਿਟੀ ਬਣੇ ਹੋਏ ਆ। ਪਰ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੈਨੇਡੀਅਨ ਪੋਲੀਟੀਸ਼ੀਅਨਸ ਆ ਉਹ ਵੀ ਇਹਨਾਂ ਪ੍ਰਤੀ ਕੋਈ ਸਖਤ ਰੁਖ ਅਖਤਿਆਰ ਨਹੀਂ ਕਰਦੇ, ਬਲਕਿ ਇਹਨਾਂ ਵੱਲ ਸੌਫਟ ਰਹਿੰਦੇ ਆ, ਕਿਉਂਕਿ ਇਹਨਾਂ ਕੋਲ ਥੋੜਾ ਬਹੁਤਾ ਵੋਟ ਬੈਂਕ ਹੈਗਾ ਜਿਹਦਾ ਉਹ ਆਪਣੀਆਂ ਚੋਣਾਂ 'ਚ ਇਸਤੇਮਾਲ ਕਰਦੇ ਆ। नमस्कार, सत श्री अकाल। न्यूज़ डेटलाइन पंजाब दे खास शो रियलिटी बाइट से एक बार फिर तुहाडे सारिਆਂ ਦਾ स्वागत है और आज एक बेहद खास मसला लेके हाजिर होए हां। रेफरेंडम 2020 ਨੂੰ ਲੈ ਕੇ ਇਸ ਵਾਰ ਹਲਚਲ ਵਧੀ ਹੈ। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ 18 ਸਤੰਬਰ ਨੂੰ ਸਿਕਸ ਫॉर ਜਸਟਿਸ ਵਕਵਾਦੀ ਜਥੇਬੰਦੀ ਜਿਹੜੀ ਹੈ ਉਹ ਇਕੱਠ ਕਰਨ ਜਾ ਰਹੀ ਹੈ ਕਿ ਕਿੰਨੀ ਕੁ ਸਰਗਰਮੀ ਬ੍ਰੈਂਪਟਨ ਸ਼ਹਿਰ ਵਿੱਚ ਵਧੀ ਹੋਈ ਹੈ ਔਰ ਕਿੰਨਾ ਹੁੰਗਾਰਾ ਮਿਲ ਰਿਹਾ ਹੈ ਐਸਐਫਜੇ ਦੇ ਇਸ ਵਾਰ ਦੇ ਸੱਦੇ ਨੂੰ। ਇਸ ਬਾਰੇ ਅੱਜ ਗੱਲ ਕਰਾਂਗੇ ਔਰ ਸਾਡੇ ਨਾਲ ਦੋ ਖਾਸ ਮਹਿਮਾਨ ਜੁੜਦੇ ਨੇ, ਉਹਨਾਂ ਦੇ ਨਾਲ ਤੁਹਾਡਾ ਤਾਰੁਫ ਕਰਾ ਦੇਵਾਂ। ਸਾਡੇ ਨਾਲ ਵੈਨਕੂਵਰ ਤੋਂ ਸੀਨੀਅਰ ਜਰਨਲਿਸਟ ਸ਼ੇਰੇ ਪੰਜਾਬ ਰੇਡੀਓ ਦੇ ਨਾਲ ਸੰਬੰਧ ਰੱਖਦੇ ਨੇ ਸਮੀਰ ਕੌਸ਼ਲ ਜੀ ਜੁੜ ਚੁੱਕੇ ਨੇ ਔਰ ਸੀਨੀਅਰ ਜਰਨਲਿਸਟ ਰਾਜਿੰਦਰ ਤੱਕਰ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਸਮੀਰ ਜੀ ਮੈਂ ਤੁਹਾਡੇ ਕੋਲ ਆਉਣਾ ਚਾਹਾਂਗੀ। ਐਸਐਫਜੇ ਨੇ ਇਸ ਵਾਰ ਬ੍ਰੈਂਪਟਨ ਸ਼ਹਿਰ ਨੂੰ ਚੁਣਿਆ ਹੈ ਰੈਫਰੈਂਡਮ 2020 ਲਈ। ਕਿੰਨਾ ਕੁ ਹੁੰਗਾਰਾ ਤੁਹਾਨੂੰ ਲੱਗ ਰਿਹਾ ਮਿਲ ਰਿਹਾ ਉੱਥੇ? ਜਦੋਂ ਪਿਛਲੇ ਹਫਤੇ ਕਾਰ ਰੈਲੀ ਹੋਈ ਹੈ, ਦਾਅਵਾ ਇਹ ਕੀਤਾ ਗਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਤੁਸੀਂ ਉੱਥੇ ਬੈਠੇ ਹੋ, ਕਿੰਨੀ ਕੁ ਹਲਚਲ ਵੇਖ ਰਹੇ ਹੋ? ਦੇਖੋ, ਇਸ ਚੀਜ਼ 'ਚ ਕੋਈ ਦੋ ਰਾਏ ਨਹੀਂ ਹੈ। ਜਿਹੜੀ ਤੁਸੀਂ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਕਿ ਬ੍ਰੈਂਪਟਨ ਦੇ ਵਿੱਚ ਇੱਕ ਕਾਰ ਰੈਲੀ ਆਯੋਜਿਤ ਕੀਤੀ ਗਈ ਹੈ ਔਰ ਉੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਾਰਾਂ ਜਿਹੜੀਆਂ ਉਹ ਇਸ ਰੈਫਰੈਂਡਮ ਦੇ ਤਖਤੀਆਂ ਲਗਾ ਕੇ ਜਾਂ ਜਿਹੜੇ ਇਹਨਾਂ ਦੇ ਫਲੈਗਸ ਨੇ ਇਹਨਾਂ ਨੂੰ ਲਗਾ ਕੇ ਪਲੈਕਾਰਡਸ ਲੈ ਕੇ ਨਿਕਲੀ ਹੈ। ਔਰ ਡੈਫੀਨੇਟਲੀ ਦੋ ਐਸੀਆਂ ਥਾਵਾਂ ਨੇ, ਚਾਹੇ ਅਸੀਂ ਈਸਟ ਕੋਸਟ ਦੀ ਗੱਲ ਕਰੀਏ ਜਾਂ ਵੈਸਟ ਕੋਸਟ ਦੀ ਗੱਲ ਕਰੀਏ, ਜਿਹਦੇ ਵਿੱਚ ਵੈਨਕੂਵਰ ਜਾਂ ਸਰੀ ਦੇ ਇਲਾਕੇ ਆਉਂਦੇ ਆ। ਇੱਥੇ ਕਿਉਂਕਿ ਤਾਦਾਦ ਜਿਹੜੀ ਹੈ ਇਹ ਉਹਨਾਂ ਲੋਕਾਂ ਦੀ ਥੋੜੀ ਜਿਹੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰ ਰੀਜਨ ਜਾਂ ਬਾਕੀ ਦੇ ਪ੍ਰੋਵਿੰਸ ਦੀ ਗੱਲ ਕਰੀਏ ਜਿਹੜੇ ਵੱਖਵਾਦੀ ਸੋਚ ਦੇ ਨਾਲ ਜੁੜੇ ਆ ਜਾਂ ਜਿਹੜੇ ਰੈਫਰੈਂਡਮ ਦੇ ਨਾਲ ਜੁੜੇ ਹੋਏ ਆ ਜਾਂ ਸਿਕਸ ਫॉर ਜਸਟਿਸ ਦੇ ਨਾਲ ਜੁੜੇ ਹੋਏ ਆ। ਹਾਲਾਂਕਿ ਸਿਕਸ ਫॉर ਜਸਟਿਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਨਿਊਯਾਰਕ ਬੇਸਡ ਇਹ ਸੰਸਥਾ ਹੈ ਜਿਹਦੇ ਜਿਹੜੇ ਲੀਗਲ ਐਡਵਾਈਜ਼ਰ ਨੇ ਮਿਸਟਰ ਗੁਰਪਤਵੰਤ ਸਿੰਘ ਪੰਨੂ ਔਰ ਕੈਨੇਡਾ ਦੇ ਵਿੱਚ ਵੀ ਇਹਨਾਂ ਦੇ ਨਾਲ ਜੁੜੇ ਕੁਝ ਲੋਕ ਨੇ, ਜਿਨ੍ਹਾਂ ਦੇ ਵਿੱਚ ਵੈਨਕੂਵਰ ਦੇ ਵਿੱਚ ਕੁਝ ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਦੇ ਸੇਵਾਦਾਰ ਨੇ ਇਹਨਾਂ ਦੇ ਨਾਲ ਜੁੜੇ ਹੋਏ। ਇਸੇ ਤਰੀਕੇ ਨਾਲ ਜਦੋਂ ਅਸੀਂ ਬ੍ਰੈਂਪਟਨ ਦੀ ਗੱਲ ਕਰਦੇ ਹਾਂ, ਬ੍ਰੈਂਪਟਨ 'ਚ ਇਹਨਾਂ ਦੀ ਗਿਣਤੀ ਵੈਸਟ ਕੋਸਟ ਦੇ ਨਾਲੋਂ ਥੋੜੀ ਜਿਹੀ ਜ਼ਿਆਦਾ ਦਿਖਦੀ ਹੈ, ਕਿਉਂਕਿ ਬ੍ਰੈਂਪਟਨ ਦੇ ਵਿੱਚ ਅੱਗੇ ਵੀ ਅਜਿਹੀਆਂ ਕੁਝ ਜਿਹੜੀਆਂ ਜਦੋਂ ਇਸ ਤਰੀਕੇ ਦੀ ਵਿਚਾਰਧਾਰਾ ਵਾਲੇ ਲੋਕ ਜਦੋਂ ਇਕੱਠੇ ਹੋਏ ਆ, ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਇੱਕ ਤਿਰੰਗਾ ਯਾਤਰਾ ਉੱਥੇ ਨਿਕਲ ਰਹੀ ਸੀ, ਉਦੋਂ ਜਿਹੜੇ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਕਥਿਤ ਤੌਰ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਵੱਲੋਂ ਧੱਕਾ ਮੁੱਕੀ ਵੀ ਕੀਤੀ ਗਈ ਸੀ ਇੱਕ ਵਿਅਕਤੀ ਦੇ ਨਾਲ, ਜਿਹੜੇ ਇਸੇ ਵਿਚਾਰਧਾਰਾ ਦੇ ਨਾਲ ਤਾਲੁਕ ਰੱਖਦੇ ਦੱਸੇ ਜਾਂਦੇ ਸੀ ਕਥਿਤ ਤੌਰ ਤੇ। ਸੋ ਯੈਸ, ਇਸ ਵੇਲੇ ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰਦੇ ਹਾਂ ਤਾਂ ਆਫਟਰ ਯੂਕੇ ਜਾਂ ਆਫਟਰ ਜਰਮਨੀ ਜਿਹੜਾ ਇੱਕ ਇਹਨਾਂ ਦਾ ਪਸੰਦੀਦਾ ਜਿਹੜਾ ਇੱਕ ਜਗ੍ਹਾ ਦੱਸੀ ਜਾਂਦੀ ਹੈ ਜਾਂ ਮੰਨੀ ਜਾਂਦੀ ਹੈ ਉਹ ਕੈਨੇਡਾ ਕਹੀ ਜਾਂਦੀ ਹੈ, ਕਿਉਂਕਿ ਕੈਨੇਡਾ ਤੋਂ ਵੀ ਅਪਾਰਟ ਫਰੋਮ ਜਰਮਨੀ ਔਰ ਯੂਕੇ ਜਾਂ ਯੂਐਸ, ਕੈਨੇਡਾ ਦਾ ਵੀ ਕਿਤੇ ਨਾ ਕਿਤੇ ਨਾਮ ਇਸ ਵਿਚਾਰਧਾਰਾ ਦੇ ਨਾਲ ਜੁੜੇ ਲੋਕਾਂ 'ਚ ਸ਼ਾਮਿਲ ਹੈ। ਦੋ ਵੈਸਟ ਕੋਸਟ ਦੇ ਉੱਤੇ ਇਹ ਜਿਹੜਾ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਕਾਫੀ ਘੱਟ ਹੈ ਐਜ਼ ਕੰਪੇਅਰ ਟੂ ਦ ਈਸਟ ਕੋਸਟ। ਸੋ ਬੜਾ ਸੋਚ ਸਮਝ ਕੇ ਬ੍ਰੈਂਪਟਨ ਸ਼ਹਿਰ ਨੂੰ ਚੁਣਿਆ ਗਿਆ ਹੈ। ਲੇਕਿਨ ਇੱਥੇ ਹੋ ਗਿਆ ਐਸਐਫਜੇ ਦਾ ਸੱਦਾ। ਆਮ ਪੰਜਾਬੀ ਉੱਥੇ ਦਾ ਕੀ ਸੋਚਦਾ ਹੈ? ਰੈਫਰੈਂਡਮ 20 ਨੂੰ ਲੈ ਕੇ ਸੋਚ ਕੀ ਹੈ ਕਿ ਚੰਦ ਮੁੱਠੀ ਭਰ ਲੋਕ ਨੇ ਜਿਹੜੇ ਐਸਐਫਜੇ ਦੇ ਨਾਲ ਖੜੇ ਨੇ ਔਰ ਕੋਈ ਹੱਲਾ करे जा रहे ने, बाकी पंजाबी जड़े है वो की सोच?
ਦੇਖੋ ਐਸਐਫਜੇ ਦੀ ਜਦੋਂ ਕਾਲ ਆਉਂਦੀ ਹੈ, ਐਸਐਫਜੇ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਕੁਝ ਲੋਕ ਜੁੜੇ ਨੇ ਜਿਨ੍ਹਾਂ ਦੇ ਵਿੱਚ ਮਿਸਟਰ ਹਰਦੀਪ ਸਿੰਘ ਨਿੱਜਰ ਹੈ ਜਿਹੜੇ ਇੱਥੇ ਦੇ ਗੁਰਦੁਆਰਾ ਦੇ ਪ੍ਰੈਜ਼ੀਡੈਂਟ ਨੇ, ਉਹ ਜੁੜੇ ਹੋਏ ਆ, ਔਰ ਹੋਰ ਉਹਨਾਂ ਦੇ ਨਾਲ ਦਾ ਇੱਕ ਗਰੁੱਪ ਹੈ ਜਿਹੜਾ ਜੁੜਿਆ ਹੋਇਆ, ਜਿਹੜਾ ਅਕਸਰ ਜਦੋਂ ਕਿਤੇ ਕੌਂਸੂਲੇਟ ਦੇ ਬਾਹਰ ਕੋਈ ਪ੍ਰੋਟੈਸਟ ਕਰਨਾ ਉਦੋਂ ਦੇਖਣ ਦੇ ਵਿੱਚ ਆਉਂਦਾ, ਔਰ ਡੈਫੀਨੇਟਲੀ ਉਹ ਕੁਝ ਲੋਕ ਨੇ ਜਿਹੜੇ ਹਮੇਸ਼ਾ ਇਸ ਤਰੀਕੇ ਦੇ ਜਿਹੜੇ ਕੋਈ ਇਵੈਂਟਸ ਹੁੰਦੇ ਆ ਉੱਥੇ ਹਿੱਸਾ ਲੈਂਦੇ ਆ। ਪਰ ਜਦੋਂ ਅਸੀਂ ਜਨਰਲ ਡਾਇਸਪੋਰਾ ਦੀ ਗੱਲ ਕਰਦੇ ਹਾਂ, ਅਸੀਂ ਖਾਸ ਤੌਰ ਤੇ ਦੇਖਦੇ ਹਾਂ ਕਿ ਇੱਕ ਤਾਂ ਜਿਹੜਾ 2020 ਰੈਫਰੈਂਡਮ ਦੀ ਗੱਲ ਕੀਤੀ ਜਾ ਰਹੀ ਹੈ, ਇਹਦੀ ਟਾਈਮਿੰਗ ਬੇਸ਼ੱਕ 2020 ਤੋਂ ਪਹਿਲਾਂ ਹੀ ਡਿਸਕਸ ਹੋਈ ਸੀ। ਇਹਨਾਂ ਨੇ ਸੋਚਿਆ ਸੀ ਕਿ ਇਸ ਤਰੀਕੇ ਨਾਲ ਇੱਕ ਰੈਫਰੈਂਡਮ ਕਰਾਇਆ ਜਾਏਗਾ, ਜਿਹੜਾ ਕਿ ਇਹਨਾਂ ਦੇ ਵੱਲੋਂ ਹੀ ਕਰਾਇਆ ਜਾ ਰਿਹਾ, UN ਦੇ ਵੱਲੋਂ ਨਹੀਂ ਕਰਾਇਆ ਜਾ ਰਿਹਾ। ਪਹਿਲੀ ਚੀਜ਼। ਦੂਸਰੀ ਗੱਲ ਇਹ ਕਿ 2020 ਦੇ ਵਿੱਚ ਸਾਲ 2020 ਪੂਰੀ ਦੁਨੀਆ ਦੇ ਵਾਸਤੇ ਬੜਾ ਮੁਸ਼ਕਲ ਭਰਿਆ ਰਿਹਾ। ਜਦੋਂ ਕੋਵਿਡ-19 ਦਾ ਦੌਰ ਸ਼ੁਰੂ ਹੋਇਆ, ਲੋਕ ਬਾਹਰ ਜਾਣੇ ਬੰਦ ਹੋਏ। ਕੈਨੇਡਾ ਦੇ ਵਿੱਚ, ਜੇ ਮੈਂ ਇਕੱਲੇ ਕੈਨੇਡਾ ਦੀ ਹੀ ਗੱਲ ਕਰਾਂ, ਜੇ ਕੈਨੇਡਾ ਤੱਕ ਹੀ ਮੈਂ ਆਪਣੇ ਆਪ ਨੂੰ ਸੀਮਿਤ ਰੱਖਾਂ, ਤਾਂ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੋਵਿਡ-19 ਦਾ ਦੌਰ ਸ਼ੁਰੂ ਹੋਇਆ, ਲੋਕਾਂ ਦੀਆਂ ਜੌਬਸ ਜਿਹੜੀਆਂ ਉਹ ਖਤਰੇ ਦੇ ਵਿੱਚ ਰਹੀਆਂ, ਲੋਕ ਬਾਹਰ ਜਾਣਾ ਬੰਦ ਹੋ ਗਏ। ਸੋ ਰੈਫਰੈਂਡਮ ਜਾਂ ਇਸ ਤਰੀਕੇ ਦੀ ਕੋਈ ਸੋਚ ਜਿਹੜੀ ਹੈ, ਉਹਦੇ ਵੱਲ ਸ਼ਾਇਦ ਲੋਕਾਂ ਦਾ ਝੁਕਾਵ ਇੰਨਾ ਦੇਖਣ ਨੂੰ ਨਹੀਂ ਮਿਲਿਆ ਉਸ ਸਮੇਂ ਦੇ ਦੌਰਾਨ ਵੀ। ਔਰ ਹੁਣ ਜਦੋਂ ਇੰਗਲੈਂਡ ਦੇ ਵਿੱਚ ਇਹ ਰੈਫਰੈਂਡਮ ਹੋਇਆ, ਕਈ ਤਰੀਕੇ ਦੇ ਦਾਅਵੇ ਕੀਤੇ ਗਏ ਔਰ ਕਾਫੀ ਕੁਝ ਕਿਹਾ ਗਿਆ। ਉਸ ਤੋਂ ਬਾਅਦ ਉਸੇ ਤਰਜ਼ ਦੇ ਉੱਤੇ ਹੁਣ ਬਰੈਂਪਟਨ ਦੇ ਵਿੱਚ ਆਯੋਜਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। So once again, we are going through a lot of inflation right now. ਮਹਿੰਗਾਈ ਬਹੁਤ ਵਧੀ ਹੋਈ ਹੈ, ਲੋਕਾਂ ਨੂੰ ਆਪਣੀਆਂ ਨੌਕਰੀਆਂ ਦੇ ਵਾਸਤੇ ਇਸ ਵੇਲੇ ਲਾਲੇ ਪਏ ਹੋਏ ਆ। ਸਾਡੇ ਇੰਟਰਸਟ ਰੇਟ ਜਿਹੜੇ ਆ ਉਹ ਵੱਧ ਰਹੇ ਆ। ਕੱਲ ਹੀ ਹਜੇ ਬੈਂਕ ਆਫ ਕੈਨੇਡਾ ਨੇ 75 ਬੇਸਿਕ ਪੁਆਇੰਟਸ ਵਧਾਏ ਆ। ਸੋ ਲੋਕਾਂ ਨੂੰ ਤਾਂ ਇਸ ਵੇਲੇ ਇਹ ਹੈ ਕਿ ਅਸੀਂ ਆਪਣੀ ਕਮਾਈ ਜਿਹੜੀ ਹੈ ਉਹਨੂੰ ਕਿਸ ਤਰੀਕੇ ਨਾਲ ਬਚਾਉਣਾ ਹੈ, ਅਸੀਂ ਜਿਹੜੀ ਸਾਡੀ ਕਮਾਈ ਹੋ ਰਹੀ ਹੈ ਉਹ ਤੋਂ ਆਪਣੇ ਖਰਚੇ ਕਿਸ ਤਰੀਕੇ ਨਾਲ ਬਣਾਉਣੇ ਆ, ਆਪਣੇ ਬਜਟ ਕਿਸ ਤਰੀਕੇ ਨਾਲ ਬਣਾਉਣੇ ਆ। ਲੋਕ ਜਿਹੜੇ ਆ, ਖਾਸ ਤੌਰ ਤੇ ਇਮੀਗ੍ਰੈਂਟਸ ਦੀ ਜਦੋਂ ਮੈਂ ਗੱਲ ਕਰਦਾ, ਔਰ ਖਾਸ ਤੌਰ ਤੇ ਸਾਡਾ ਸਾਊਥ ਏਸ਼ੀਅਨ ਭਾਈਚਾਰਾ ਜਿਹੜਾ ਉਹ, ਕਿਉਂਕਿ ਅਸੀਂ ਸੋਚ ਇਹ ਰੱਖਦੇ ਹਾਂ ਕਿ ਅਸੀਂ ਸੇਵਿੰਗ ਵਾਲੇ ਪਾਸੇ ਚਲੀਏ। ਸੋ ਕਿਤੇ ਨਾ ਕਿਤੇ ਜਿਹੜੇ ਆਮ ਡਾਇਸਪੋਰਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸੋ ਉਹਨਾਂ ਦਾ ਝੁਕਾਅ ਇਸ ਤਰੀਕੇ ਦੇ ਇਵੈਂਟਸ ਵੱਲ ਜ਼ਿਆਦਾ ਤੌਰ ਤੇ ਨਹੀਂ ਦੇਖਿਆ ਜਾਂਦਾ। ਯੈਸ, ਕੁਝ ਲੋਕ ਹੈ ਜਿਹੜੇ ਇਹਨਾਂ ਇਵੈਂਟਸ ਦੇ ਵਿੱਚ ਰੈਗੂਲਰ ਜਾਂਦੇ ਆ। ਔਰ ਵਾਂਸ ਅਗੇਨ ਜਦੋਂ ਅਸੀਂ ਇਸ ਤਰੀਕੇ ਦੇ ਰੈਫਰੈਂਡਮ ਦੀ ਗੱਲ ਕਰਦੇ ਹਾਂ, ਕਿਉਂਕਿ ਕਈ ਸਵਾਲ ਜਿਹੜੇ ਉਹ ਵਿਦਨ ਦਾ ਕਮਿਊਨਿਟੀ ਵੀ ਚੁੱਕੇ ਜਾਂਦੇ ਆ। ਜਦੋਂ ਤੁਸੀਂ ਕਿਸੇ ਮੀਟਿੰਗ ਦੇ ਵਿੱਚ ਬੈਠਦੇ ਹੋ, ਕਿਸੇ ਲੋਕਾਂ ਨੂੰ ਜਾ ਕੇ ਮਿਲਦੇ ਹੋ, ਤਾਂ ਲੋਕ ਦਬੀ ਆਵਾਜ਼ ਦੇ ਵਿੱਚ ਇਹ ਗੱਲ ਵੀ ਕਰਦੇ ਆ ਕਿ ਇਹਨਾਂ ਰੈਫਰੈਂਡਮਸ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕ ਕੌਣ ਨੇ, ਕਿ ਉਹ ਵਾਕਈ ਪੰਜਾਬ ਦੇ, ਜਿਹੜਾ ਭਾਰਤ ਦਾ ਪੰਜਾਬ ਹੈ, ਉਹ ਲੋਕ ਨੇ, ਜਾਂ ਕਿ ਕਿਸੇ ਹੋਰ ਜਿਹੜਾ ਖਿੱਤਾ ਹੈ ਉਹਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਨੇ। ਕਿਉਂਕਿ ਇਹਦੀ ਜਿਹੜੀ ਆਥੈਂਟਿਸਿਟੀ ਹੈ ਉਹ ਜਦ ਤੱਕ ਸਾਹਮਣੇ ਨਹੀਂ ਆਉਂਦੀ, ਉਨੀ ਦੇਰ ਤੱਕ ਲੋਕਾਂ ਦੇ ਵਿੱਚ ਜਿਹੜਾ ਯਕੀਨ ਹੈ ਉਹ ਉਸ ਤਰੀਕੇ ਦੇ ਨਾਲ ਬਣਨਾ ਕਾਫੀ ਮੁਸ਼ਕਲ ਹੈ। ਇਹਦੇ ਆਰਗੇਨਾਈਜ਼ਰਸ ਨੂੰ ਵੀ ਇਸ ਗੱਲ ਦੇ ਬਾਰੇ ਮੈਨੂੰ ਲੱਗਦਾ ਕਿ ਡੈਫੀਨੇਟਲੀ ਜਾਣਕਾਰੀ ਹੋਏਗੀ। ਬੜਾ ਅਹਿਮ ਸਵਾਲ ਹੈ ਤਗੜ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਚਾਹਾਂਗੀ ਕਿ ਜਿਹੜਾ ਇਹ ਕਰਾ ਰਹੇ ਨੇ ਇਹ ਹੈ ਕੌਣ, ਆਥੈਂਟਿਸਿਟੀ ਕੀ ਹੈ, ਕੌਣ ਲੋਕ ਨੇ? ਚੰਦ ਮੁੱਠੀ ਭਰ ਲੋਕ ਜਿਹੜੇ ਆਪਣੇ ਆਪ ਨੂੰ ਸਮਰਥਕ ਦੱਸਦੇ ਨੇ, ਬੜਾ ਖਾਲਿਸਤਾਨ ਵਕਫ ਮੁਲਕ ਦੀ ਮੰਗ ਕਰਦੇ ਨੇ, ਹੈ ਕੌਣ ਨੇ? ਰਜਿੰਦਰ, ਮੇਰਾ ਖਿਆਲ ਇਹ ਹੈ ਇਹ ਇੱਕ ਡਿਸਗਰੰਟਲਡ ਐਲੀਮੈਂਟ ਹੈ ਜਿਹੜਾ ਕਿ ਵਿਦੇਸ਼ 'ਚ ਬੈਠ ਕੇ ਕਮਾਈ ਤਾਂ ਕਰ ਰਿਹਾ, ਉਹ ਫਾਈਨੈਂਸ਼ੀਅਲੀ ਵੈਲ ਆਫ ਹੋ ਗਿਆ, ਉਹਨਾਂ ਕੋਲ ਕੁਛ ਫਾਲਤੂ ਸਮਾਂ, ਔਰ ਉਸ ਫਾਲਤੂ ਸਮੇਂ ਨੂੰ ਉਹ ਯੂਜ਼ ਕਰ ਰਹੇ ਆ, ਭਾਰਤ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਰਿਵੈਂਜ ਫੀਲਿੰਗ ਆ ਉਹਨਾਂ 'ਚ। ਜਿਸ ਤਰ੍ਹਾਂ ਟੈਰੀ ਮੈਕਲੇਸਕੀ, ਜਿਨ੍ਹਾਂ ਦੇ ਜਿਹੜੇ ਰਾਈਟਰ ਆ CBC ਤੇ ਰਿਟਾਇਰਡ, ਉਹਨਾਂ ਨੇ ਆਪਣੀ ਕਿਤਾਬ ਬਲੱਡ ਫॉर ਬਲੱਡ 'ਚ ਲਿਖਿਆ ਹੈ ਕਿ ਫੀਲਿੰਗ ਆਫ ਟੇਕਿੰਗ ਰਿਵੈਂਜ ਬੜੀ ਪ੍ਰਬਲ ਹੈ ਇਹਨਾਂ 'ਚ। ਇਹ ਜਿਹੜੀ ਮੂਵਮੈਂਟ ਹੈ ਉਹਨਾਂ ਦੇ ਮੁਤਾਬਕ ਇੰਡੀਆ ਦੇ ਪੰਜਾਬ 'ਚ ਫਿਜ਼ਲ ਆਊਟ ਹੋ ਚੁੱਕੀ ਆ, ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ। ਪਰ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਇਹ ਹੈਂਡਫੁਲ ਰੈਡੀਕਲਸ, ਇਹ ਵਿਦੇਸ਼ਾਂ 'ਚ ਬੈਠ ਕੇ ਇਸ ਮੂਵਮੈਂਟ ਨੂੰ ਜੀਵਿਤ ਰੱਖਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਸਰ ਸਵਾਲ ਤਾਂ ਇਹ ਹੈ ਨਾ ਕਿ ਚੰਦ ਮੁੱਠੀ ਭਰ ਲੋਕ ਕਿ ਪੂਰੇ ਸਿੱਖ ਕਮਿਊਨਿਟੀ ਦੀ ਨੁਮਾਇੰਦਗੀ ਕਰ ਸਕਦੇ ਨੇ, ਇਹਨਾਂ ਨੂੰ ਹੱਕ ਕਿਹਨੇ ਦਿੱਤਾ? ਨਹੀਂ ਜੀ, ਬਿਲਕੁਲ ਇੱਕ ਇਹ ਸੈਲਫ ਪ੍ਰੋਕਲੇਮਡ ਲੀਡਰਸ ਆਫ ਦੀ ਸਿੱਖ ਕਮਿਊਨਿਟੀ ਬਣੇ ਹੋਏ ਆ। ਇਹ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ ਪੈਰੋਕਾਰ ਆ ਉਹ ਕਦੇ ਕੋਈ ਇਲੈਕਸ਼ਨ ਨਹੀਂ ਜਿੱਤ ਸਕੇ। ਉਹਨਾਂ ਦੀ ਗਿਣਤੀ ਪੰਜਾਬ 'ਚ ਵੀ ਬਹੁਤ ਘੱਟ ਆ। ਇੱਥੇ ਮੂਵਮੈਂਟ ਨੂੰ ਕੋਈ ਰਿਸਪੌਂਸ ਨਹੀਂ ਹੈਗਾ ਪੰਜਾਬ 'ਚ, ਪਰ ਕਿਤੇ ਨਾ ਕਿਤੇ ਇਹ ਸ਼ਰਾਰਤਾਂ ਕਰਦੇ ਆ, ਜਿਵੇਂ SFJ ਦੇ ਕਹਿਣ ਅਨੁਸਾਰ ਜਾਂ ਉਹਨਾਂ ਦੇ ਪਿੱਛੇ ਲੱਗ ਕੇ
ਸਲੋਗਨ ਲਿਖ ਦਿਓ ਜੀ, ਖਾਲਿਸਤਾਨ ਜ਼ਿੰਦਾਬਾਦ, ਕੰਧਾਂ ਤੇ ਝੰਡੇ ਲਾ ਦਿਓ, ਇਸ ਕਿਸਮ ਦੀਆਂ ਗੱਲਾਂ ਕਰਦੇ ਆ। ਅਦਰਵਾਈਜ਼ ਮੇਰੀ ਸਮਝ ਦੇ ਮੁਤਾਬਕ ਕੋਈ ਵੀ ਪੜ੍ਹਿਆ ਲਿਖਿਆ ਸਿਆਣਾ ਸਿੱਖ SFJ ਦੇ ਪਿੱਛੇ ਨਹੀਂ ਲੱਗ ਰਿਹਾ, ਨਾ ਹੀ ਉਹ ਖਾਲਿਸਤਾਨ ਚਾਹੁੰਦਾ। ਹੁਣ ਮੈਂ ਰਜਿੰਦਰ ਇੱਥੇ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਪੰਜਾਬ 'ਚ, ਖਾਸ ਕਰਕੇ ਜਿਵੇਂ ਅਕਾਲੀ ਦਲ ਹੈ, ਹੁਣ ਅਕਾਲੀ ਦਲ ਦੇ ਵੀ ਕਈ ਧੜੇ ਆ, ਉਹ ਜਦੋਂ ਆਊਟ ਆਫ ਪਾਵਰ ਹੋ ਜਾਂਦੇ ਆ, ਉਹ ਫਿਰ ਇਸ ਐਲੀਮੈਂਟ ਨੂੰ ਹਵਾ ਦਿੰਦੇ ਆ ਤਾਂ ਕਿ ਉਹ ਪੰਜਾਬ ਦੇ ਵਿੱਚ ਜਿਹੜੀ ਵੀ ਮੌਜੂਦਾ ਸਰਕਾਰ ਹੋਵੇ, ਕਿਉਂਕਿ ਉਹ ਆਪ ਤਾਂ ਹਾਰ ਚੁੱਕੇ ਆ, ਪਾਸੇ ਹੋ ਚੁੱਕੇ ਆ, ਉਹਨਾਂ ਵਾਸਤੇ ਕੋਈ ਨਾ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕੀਤੀ ਜਾਏ। ਸੋ ਇਹ ਵੈਸਟਡ ਇੰਟਰਸਟ ਇਕੱਠਾ ਹੋ ਜਾਂਦਾ। ਪੋਲੀਟੀਸ਼ੀਅਨਸ ਜਿਹੜੇ ਪੰਜਾਬ 'ਚ ਹੈ, ਹੁਣ ਅਕਾਲੀ ਦਲ ਗੱਲ ਕਰਦਾ, ਲੀਡਰਸ਼ਿਪ ਗੱਲ ਕਰਦੀ ਹੈ ਵੀ ਬੜਾ ਬੰਦੀ ਸਿੰਘਾਂ ਨੂੰ ਛੱਡ ਦਿਓ ਜੀ, ਬੜਾ ਧੱਕਾ ਹੋ ਗਿਆ ਸਿੱਖਾਂ ਨਾਲ। ਈਵਨ ਜਿਹੜੇ ਸਿੱਖ ਰਿਲੀਜੀਅਸ ਲੀਡਰ ਨੇ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਵੀ ਬੜੇ ਓਪਨਲੀ ਪ੍ਰੋਕਲੇਮ ਕੀਤਾ ਕਿ ਬਹੁਤੇ ਸਿੱਖ ਜੀ ਖਾਲਿਸਤਾਨ ਆਪਣਾ ਮੁਲਕ ਚਾਹੁੰਦੇ ਆ। ਪਰ ਮੇਰੀ ਸਮਝ ਦੇ ਮੁਤਾਬਕ ਇਹ ਜਿਹੜੀ ਮੂਵਮੈਂਟ ਆ, ਇਹ ਪੰਜਾਬ ਦੇ ਵਿੱਚ ਪੈਰ ਨਹੀਂ ਲਾ ਸਕੀ। ਇਹਦੀ ਜਿਹੜੀ ਆਵਾਜ਼ ਉੱਠ ਰਹੀ ਆ, ਉਹ ਕੈਨੇਡਾ ਵਰਗੇ ਮੁਲਕਾਂ 'ਚ ਉੱਠ ਰਹੀ ਆ, ਅਮਰੀਕਾ 'ਚ ਉੱਠ ਰਹੀ ਆ, UK 'ਚ ਉੱਠ ਰਹੀ ਆ। ਸੋ ਇਹ ਜਿਹੜੀ ਮੂਵਮੈਂਟ ਆ, ਇਟ ਇਜ਼ ਬੀਇੰਗ ਕੈਪਟ ਅਲਾਈਵ ਇਨ ਦੀ ਫੋਰਨ ਕੰਟਰੀਜ਼। ਤੇ ਉੱਥੋਂ ਦਾ ਵੀ, ਜਿਵੇਂ ਸਮੀਰ ਜੀ ਨੇ ਦੱਸਿਆ, ਜਿਹੜਾ ਡਾਇਸਪੋਰਾ ਪੰਜਾਬੀ ਆ, ਉਹ ਜ਼ਿਆਦਾ ਚਿੰਤਿਤ ਹੈ ਮਹਿੰਗਾਈ ਵੱਲ, ਆਪਣੀਆਂ ਜੌਬਸ ਨੂੰ ਲੈ ਕੇ। ਸੋ ਮੈਂ ਐਗਰੀ ਕਰਦਾ ਸਮੀਰ ਜੀ ਨਾਲ ਕਿ ਇਹਨਾਂ ਦਾ ਜਿਹੜਾ ਬੇਸ ਆ, ਉਹ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਕੋਈ ਲੰਬਾ ਚੌੜਾ ਨਹੀਂ ਹੈਗਾ। ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਸਮੀਰ ਜੀ? ਜੀ, ਮੈਂ ਦਰਅਸਲ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਪੁੱਛੀ ਸੀ ਕਿ ਬਰੈਂਪਟਨ ਕਿਉਂ ਚੁਣਿਆ ਗਿਆ, ਪਹਿਲਾਂ ਇੰਗਲੈਂਡ ਕਿਉਂ ਚੁਣਿਆ ਗਿਆ, ਔਰ ਮਿਸਟਰ ਤੱਗੜ ਨੇ ਗੱਲ ਕਹੀ ਕਿ ਬਾਹਰਲੇ ਮੁਲਕਾਂ 'ਚ ਇਹਨੂੰ ਜ਼ਿੰਦਾ ਰੱਖਿਆ ਜਾ ਰਿਹਾ, ਇਸ ਮੂਵਮੈਂਟ ਨੂੰ ਕੁਝ ਲੋਕਾਂ ਦੇ ਵੱਲੋਂ। ਦੇਖੋ, ਇਹਦੇ 'ਚ ਇੱਕ ਚੀਜ਼ ਤਾਂ ਮੈਂ, ਐਜ਼ ਫਾਰ ਐਜ਼ ਕੈਨੇਡਾ ਇਜ਼ ਕੰਸਰਨਡ ਐਂਡ ਆਈ ਐਮ ਅ ਕੈਨੇਡੀਅਨ ਸਿਟੀਜ਼ਨ, ਵੈਰੀ ਪ੍ਰਾਊਡ ਕੈਨੇਡੀਅਨ ਸਿਟੀਜ਼ਨ, ਮੈਂ ਇਹ ਗੱਲ ਤਾਂ ਜ਼ਰੂਰ ਕਹਿਣੀ ਚਾਹੂੰਗਾ ਕਿ ਬਿਊਟੀ ਹੈ ਕੈਨੇਡਾ ਦੀ ਕਿ ਕੈਨੇਡਾ ਇੱਕ ਫ੍ਰੀ ਕੰਟਰੀ ਹੈ। ਇੱਥੇ ਤੁਸੀਂ ਕੋਈ ਵੀ ਗੱਲ ਰੱਖ ਸਕਦੇ ਹੋ। ਇਨਫੈਕਟ ਵਿਦਨ ਕੈਨੇਡਾ ਸਾਡਾ ਕੁਬੈਕ ਇੱਥੇ ਇੱਕ ਪ੍ਰੋਵਿੰਸ ਹੈ ਜਿਹਨੂੰ ਅਸੀਂ ਸਟੇਟ ਕਹਿੰਦੇ ਹਾਂ। ਇੱਥੇ ਵੀ ਇੱਕ ਜਿਹੜਾ ਰੈਫਰੈਂਡਮ ਹੈ ਉਹ ਕਰਾਇਆ ਗਿਆ ਸੀ ਕਿ ਕੀ ਕੁਬੈਕ ਜਿਹੜਾ ਉਹ ਕੈਨੇਡਾ ਤੋਂ ਅਲੱਗ ਹੋ ਸਕਦਾ ਜਾਂ ਨਹੀਂ ਹੋ ਸਕਦਾ। ਸੋ ਇਸ ਤਰੀਕੇ ਦੀ ਜਿਹੜੀ ਆਵਾਜ਼ ਹੈ ਕਿਸੇ ਵੀ ਆਪਣੀ ਸੋਚ ਨੂੰ ਲੈ ਕੇ, ਉਹ ਡੈਫੀਨੇਟਲੀ ਕੈਨੇਡਾ ਇੱਕ ਆਜ਼ਾਦ ਮੁਲਕ ਹੈ ਔਰ ਲੋਕ ਜਿਹੜੇ ਹੈ ਉਹ ਇਸ ਤਰੀਕੇ ਦੀ ਗੱਲ ਕਰ ਸਕਦੇ। ਲੇਕਿਨ ਇਹਦੇ 'ਚ ਇੱਕ ਸਵਾਲ ਹੋਰ ਹੈ ਕਿ ਕੀ ਕਿਸੇ ਸਰਕਾਰ ਵੱਲੋਂ ਸਪੋਰਟ ਕੀਤਾ ਜਾ ਰਿਹਾ, ਕੀ ਕਿਸੇ ਲੀਡਰ ਵੱਲੋਂ ਸਪੋਰਟ ਕੀਤਾ ਜਾ ਰਿਹਾ ਸਰਕਾਰੀ ਤੌਰ ਤੇ? ਸੋ ਨਹੀਂ, ਅਜਿਹਾ ਨਹੀਂ ਹੈ ਕਿ ਕੈਨੇਡਾ ਦੀ ਸਰਕਾਰ ਇਹਨੂੰ ਸਪੋਰਟ ਕਰ ਰਹੀ ਹੈ। ਇਹ ਗੱਲ ਨਾਲ ਹੀ ਮੈਂ ਕਲੀਅਰ ਕਰ ਦਿਆਂ। ਜੇ ਕੈਨੇਡਾ ਦੀ ਧਰਤੀ ਤੋਂ ਇਸ ਤਰੀਕੇ ਦੀ ਕੋਈ ਆਵਾਜ਼ ਉੱਠਦੀ ਹੈ ਤਾਂ ਇਹ ਲੋਕ, ਜੇਕਰ ਕੋਈ ਵੀ ਤੁਸੀਂ ਆਵਾਜ਼ ਉੱਠਦੀ ਹੈ, ਜੇ ਪੀਸਫੁਲ ਤਰੀਕੇ ਦੇ ਨਾਲ ਕੋਈ ਗੱਲ ਰੱਖੀ ਜਾਂਦੀ ਹੈ ਤਾਂ ਡੈਫੀਨੇਟਲੀ ਉਹਦੇ ਲਈ ਦੇਰ ਆਰ ਸਰਟਨ ਪ੍ਰੋਵੀਜ਼ਨਸ। ਜਿਹੜਾ ਸਾਡਾ ਚਾਰਟਰ ਹੈ ਰਾਈਟ ਟੂ ਫਰੀडम ਦਾ, ਉਹਦੇ ਵਿੱਚ ਵੀ ਸਾਡੇ ਕੋਲ ਇਹ ਅਧਿਕਾਰ ਹੈ ਕਿ ਅਸੀਂ ਪੀਸਫੁਲ ਜਿਹੜੀ ਆਪਣੀ ਗੱਲ ਆ ਉਹ ਰੱਖ ਸਕਦੇ ਹਾਂ। ਔਰ ਮੇਰੇ ਖਿਆਲ ਨਾਲ ਇਸੇ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੈਸਟਰਨ ਕੰਟਰੀਜ਼ ਜਾਂ ਯੂਰੋਪੀਅਨ ਕੰਟਰੀਜ਼ ਰੱਖੀਆਂ ਜਾ ਰਹੀਆਂ, ਕਿਉਂਕਿ ਸਰਕਾਰਾਂ ਜਿਹੜੀਆਂ ਉਹ ਲੀਨੀਅੰਟ ਹੈ, ਸਰਕਾਰਾਂ ਜਿਹੜੀਆਂ ਉਹ ਗੱਲ ਸੁਣਦੀਆਂ। ਲੇਕਿਨ ਵਨਸ ਅਗੇਨ ਜਦੋਂ ਮੈਟਰ ਆਉਂਦਾ ਡਿਪਲੋਮੇਸੀ ਦਾ, ਜਦੋਂ ਮੈਟਰ ਆਉਂਦਾ ਫੋਰਨ ਇੰਟਰਫੇਰੈਂਸ ਦਾ, ਤਾਂ ਸ਼ਾਇਦ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਇਹ ਪਤਾ ਹੈ ਕਿ ਕਿਸੇ ਦੂਸਰੇ ਮੁਲਕ ਦੇ ਵਿੱਚ ਜਾ ਕੇ ਦਖਲ ਅੰਦਾਜ਼ੀ ਕਰਨੀ ਜਿਹੜੀ ਉਹ ਉਨੀ ਉਚਿਤ ਨਹੀਂ ਹੋਏਗੀ। ਇਸ ਕਰਕੇ ਇਹ ਐਸਾ ਨਹੀਂ ਹੈ ਕਿ ਕਿਸੇ ਫੋਰਨ ਕੰਟਰੀ ਦੀ ਇਹਦੇ ਵਿੱਚ, ਜੇ ਮੈਂ ਕੈਨੇਡਾ ਦੀ ਗੱਲ ਕਰਦਾ ਤਾਂ ਅਜੇ ਤੱਕ ਦੀ ਐਸੀ ਕੋਈ ਰਿਪੋਰਟ ਨਹੀਂ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਜਾਂ ਕੈਨੇਡੀਅਨ ਗਵਰਨਮੈਂਟ ਵੱਲੋਂ ਜਾਂ ਕਿਸੇ ਕੈਨੇਡੀਅਨ ਲੀਡਰ ਵੱਲੋਂ ਇਹਨਾਂ ਨੂੰ ਬੈਕਅਪ ਜਿਹੜੀ ਹੈ ਉਹ ਸਿੱਧੇ ਤੌਰ ਤੇ ਔਰ ਅਧਿਕਾਰਿਕ ਤੌਰ ਤੇ ਦਿੱਤੀ ਜਾ ਰਹੀ ਹੈ। ਅਜਿਹਾ ਕੁਝ ਨਹੀਂ। ਆਲਰਾਈਟ, ਇੱਕ ਸਵਾਲ ਹੋਰ ਹੈ, ਗੁਰੂ ਘਰਾਂ ਨੂੰ ਕਿਉਂ ਚੁਣਿਆ ਜਾਂਦਾ ਹੈ ਇਸ ਪੂਰੇ ਪ੍ਰਚਾਰ ਦੇ ਲਈ? ਇਹ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ, ਕਿਉਂ ਗੁਰੂ ਘਰਾਂ ਨੂੰ ਆਪਣੇ ਨਿੱਜੀ ਮੁਫਾਦ ਲਈ ਚੁਣਿਆ ਜਾਂਦਾ ਹੈ, ਔਰ ਕਿੰਨਾ ਜਾਇਜ਼ ਹੈ? ਦੇਖੋ, ਜਾਇਜ਼ ਜਾਂ ਨਾਜਾਇਜ਼ ਦੀਆਂ ਪਰਿਭਾਸ਼ਾਵਾਂ ਅਲੱਗ-ਅਲੱਗ ਹੋ ਸਕਦੀਆਂ, ਡਿਫਰੈਂਟ ਕਮਿਊਨਿਟੀਜ਼ ਦੇ ਵਾਸਤੇ ਡਿਫਰੈਂਟ ਤਰੀਕੇ ਦੇ ਨਾਲ ਹੋ ਸਕਦੀਆਂ। ਫੋਰਨ ਦੇ ਵਿੱਚ ਆ ਕੇ, ਬਾਹਰਲੇ ਮੁਲਕ 'ਚ ਆ ਕੇ ਕੋਈ ਵੀ ਵਿਦੇਸ਼ੀ ਜਦੋਂ ਇਸ ਧਰਤੀ ਤੇ ਆਉਂਦਾ ਹੈ ਰਿਸਪੈਕਟ ਆਫ ਐਨੀ ਰਿਲੀਜਨ, ਜਦੋਂ ਆਉਂਦਾ ਤਾਂ ਆਪਣੇ ਮੁਲਕ ਨਾਲ ਜੁੜੇ ਧਾਰਮਿਕ ਸਥਾਨ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ।
ਉਹ ਰਵਾਇਤਾਂ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ, ਸਾਡਾ ਸੰਸਕਾਰ, ਸਾਡੀ ਸੱਭਿਅਤਾ, ਸਾਡਾ ਕਲਚਰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ। ਔਰ ਇਨਫੈਕਟ ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਮੈਂ ਫੋਰਨ ਲੈਂਡ ਦੇ ਉੱਤੇ ਕਦਮ ਰੱਖਿਆ ਤਾਂ ਸਭ ਤੋਂ ਪਹਿਲਾਂ ਜੇ ਮੈਨੂੰ ਮਜ਼ਾ ਆਇਆ ਕਿਸੇ ਜਗ੍ਹਾ ਤੇ ਜਾ ਕੇ ਤਾਂ ਉਹ ਗੁਰੂ ਘਰ 'ਚ ਜਾ ਕੇ ਹੀ ਮਜ਼ਾ ਆਇਆ, ਕਿਉਂਕਿ ਆਪਣਾਪਨ ਜਿਹੜਾ ਲੱਗਾ। ਲੇਕਿਨ ਯੈਸ, ਕੁਝ ਲੋਕ ਅਜਿਹੇ ਜ਼ਰੂਰ ਹੈ ਜਿਹੜੇ ਇਸ ਤਰੀਕੇ ਦੇ ਧਾਰਮਿਕ ਇੰਸਟੀਚਿਊਟਸ ਜਾਂ ਧਾਰਮਿਕ ਜਿਹੜੇ ਅਦਾਰੇ ਨੇ ਉਹਨਾਂ ਦਾ ਫਾਇਦਾ ਆਪਣੇ ਪਰਸਨਲ ਇੰਟਰਸਟ ਵਾਸਤੇ ਗੇਨ ਕਰਦੇ ਆ, ਕਿਉਂਕਿ ਲੋਕ ਉੱਥੇ ਜਾਂਦੇ ਆ ਆਪਣੀ ਸ਼ਰਧਾ ਦੇ ਨਾਲ, ਆਪਣੇ ਮਾਨਸਿਕ ਇੱਕ ਜਿਹੜੀ ਸਥਿਤੀ ਆ ਉਹਨੂੰ ਲੈ ਕੇ ਜਾਂਦੇ ਆ, ਆਪਣੇ ਪੀਸ ਵਾਸਤੇ ਜਾਂਦੇ ਆ। ਲੇਕਿਨ ਉੱਥੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਇੱਕ ਇਸ ਪਾਸੇ ਲਾਇਆ ਜਾਂਦਾ, ਐਂਡ ਲੈਟ ਮੀ ਬੀ ਵੈਰੀ ਕਲੀਅਰ ਕਿ ਸਾਰੇ ਗੁਰੂ ਘਰਾਂ 'ਚ ਜਾਂ ਸਾਰੇ ਜਿਹੜੇ ਰਿਲੀਜੀਅਸ ਆਰਗੇਨਾਈਜੇਸ਼ਨਸ ਹੈ ਉਹ ਇਹਦੇ ਵਿੱਚ ਕਿਤੇ ਵੀ ਇਨਵੋਲਵ ਨਹੀਂ ਹੈ। ਦੇਰ ਆਰ ਓਨਲੀ ਫਿਊ ਜਿਨ੍ਹਾਂ ਦੇ ਜਿਹੜੇ ਕੁਝ ਨਾਲ ਜੁੜੇ ਹੋਏ ਅਹੁਦੇਦਾਰ ਹੈ ਜਿਹੜੇ ਇਸ ਵਿਚਾਰਧਾਰਾ ਦਾ ਸਮਰਥਨ ਕਰਦੇ ਆ ਔਰ ਉਹ ਆਪਣੀ ਗੱਲ ਜਿਹੜੀ ਹੈ ਰੱਖਦੇ ਆ, ਜਾਂ ਉਹ ਉਸ ਗਰੁੱਪ ਜਿਹੜਾ ਉਹਨਾਂ ਦੇ ਨਾਲ ਜੁੜ ਜਾਂਦਾ ਹੈ, ਜਾਂ ਉਹ ਲੋਕ ਜਿਹੜੇ ਇਸ ਵਿਚਾਰਧਾਰਾ ਦੇ ਵਿੱਚ ਯਕੀਨ ਰੱਖਦੇ ਆ ਜਾਂ ਇਹਨੂੰ ਜ਼ਿੰਦਾ ਰੱਖਣਾ ਚਾਹੁੰਦੇ ਆ, ਜਾਂ ਕਿਸੇ ਵੀ ਰੀਜ਼ਨ ਦੇ ਕਰਕੇ ਇਹਦੇ ਨਾਲ ਜੁੜੇ ਹੋਏ ਆ। ਉਹਦੇ ਪਿੱਛੇ ਕੋਈ ਵੀ ਰੀਜ਼ਨ ਹੋ ਸਕਦਾ, ਦੇਰ ਆਰ ਐਨ ਨੰਬਰ ਆਫ ਰੀਜ਼ਨਸ, ਔਰ ਉਹ ਜੁੜੇ ਹੋਏ ਆ ਤਾਂ ਉਹ ਉਹਨਾਂ ਗੁਰੂ ਘਰਾਂ ਦੇ ਵਿੱਚ ਜਾਂ ਉਹਨਾਂ ਰਿਲੀਜੀਅਸ ਇੰਸਟੀਚਿਊਟਸ ਆਈ ਸ਼ੁਡ ਸੇ ਕਿ ਉਹ ਜਾਂਦੇ ਆ ਔਰ ਜਾ ਕੇ ਇਸ ਤਰੀਕੇ ਨਾਲ ਕਰਦੇ ਆ। ਜੀ ਸਰ, ਡਾਕਟਰ ਸਰ ਕੁਝ ਕਹਿਣਾ ਚਾਹੁੰਦੇ? ਮੈਂ ਇੱਥੇ ਇੰਟਰਵੀਨ ਕਰਨਾ ਚਾਹੂੰਗਾ ਰਜਿੰਦਰ। ਮੈਂ ਸਮੀਰ ਜੀ ਇਹ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਜਿਹੜਾ ਇਹ ਟੋਲਾ ਹੈਗਾ ਥੋੜਾ ਬਹੁਤਾ ਜਿੰਨਾ ਵੀ ਹੈ, ਕੀ ਇਹਦੇ ਵਿੱਚ ਉਹੀ ਇਮੀਗ੍ਰੈਂਟਸ ਹਿੱਸਾ ਲੈਂਦੇ ਆ ਜਿਹੜੇ ਸਿਟੀਜ਼ਨਸ਼ਿਪ ਲੈ ਚੁੱਕੇ ਆ ਜਾਂ PR ਲੈ ਚੁੱਕੇ ਆ, ਜਾਂ ਉਹ ਵੀ ਆ ਜਿਹੜੇ ਵਰਕ ਵੀਜ਼ਾ ਤੇ ਹਜੇ ਹੈ, ਟੈਂਪਰੇਰੀ ਆ ਜਾਂ ਸਟੂਡੈਂਟ ਵੀਜ਼ਾ ਤੇ ਆ, ਇਹੋ ਜਿਹੇ ਐਲੀਮੈਂਟ ਵੀ ਇਹ ਹਿੱਸਾ ਲੈਂਦੇ ਆ ਜੀ? ਤਗੜ ਸਾਹਿਬ, ਬੜਾ ਤੁਹਾਡਾ ਸਵਾਲ ਜਿਹੜਾ ਬੜਾ ਪੇਚੀਦਾ ਹੈ ਇਹਦਾ ਜਵਾਬ ਦੇਣਾ, ਕਿਉਂਕਿ ਜਿਹੜੀ ਟਰਾਂਸਪੇਰੈਂਸੀ ਦੀ ਗੱਲ ਹੈ ਮੇਰੇ ਖਿਆਲ ਦੇ ਨਾਲ ਇਹ SFJ ਦੇ ਜਿਹੜੇ ਲੀਗਲ ਐਡਵਾਈਜ਼ਰ ਨੇ ਮਿਸਟਰ ਪੰਨੂ, ਉਹ ਜ਼ਿਆਦਾ ਦੇ ਸਕਦੇ ਆ ਕਿ ਇਹਦੇ ਹਿੱਸਾ ਲੈਣ ਵਾਲੇ ਕੌਣ ਹੈ। ਕਿਉਂਕਿ ਮੈਨੂੰ ਇੱਕ ਵਾਰ ਮੌਕਾ ਮਿਲਿਆ ਮਿਸਟਰ ਪੰਨੂ ਦੀ ਨਾਲ ਇੱਕ ਪ੍ਰੈਸ ਕਾਨਫਰੰਸ ਉਹਨਾਂ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ, ਉਹਦੇ 'ਚ ਉਹਨਾਂ ਨੂੰ ਮੈਂ ਕਾਫੀ ਸਵਾਲ ਵੀ ਪੁੱਛੇ ਸੀ। ਔਰ ਇਨਫੈਕਟ ਜਿਹੜੇ ਨਾਲ ਜ਼ਿਆਦਾਤਰ ਲੋਕ ਦੇਖਣ ਨੂੰ ਮਿਲੇ ਹੈ ਉਹਨਾਂ ਦੇ ਨਾਲ, ਉਹ ਅਜਿਹੇ ਦਿਖੇ ਆ ਜਿਹੜੇ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਲ ਉਹਨਾਂ ਕੋਲ ਹੋ ਸਕਦੀ ਹੈ, ਔਰ ਹੋ ਸਕਦਾ ਕਿ ਕੁਝ ਲੋਕ ਜਿਹੜੇ ਹੈ ਉਹ ਕੁਝ ਹੋਰ ਨੈਸ਼ਨੈਲਿਟੀਜ਼ ਵਾਲੇ ਵੀ ਹੋਣ, which I cannot comment on that, ਕਿਉਂਕਿ ਉਹਦੇ ਬਾਰੇ ਮੇਰੇ ਕੋਲ ਇਹ ਜਿਹੜੀ ਖੁੱਲੀ ਇਨਫੋਰਮੇਸ਼ਨ ਨਹੀਂ ਹੈ। ਐਂਡ ਡੈਫੀਨੇਟਲੀ ਇੱਕ ਤੁਹਾਡਾ ਸਵਾਲ ਬੜਾ ਵਾਜਬ ਹੈ, ਔਰ ਮੇਰੇ ਖਿਆਲ ਨਾਲ ਮਿਸਟਰ ਗੁਰਪਤਵੰਤ ਪੰਨੂ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਵੀ ਚਾਹੀਦੀ ਹੈ ਕਿ ਉਹ ਲੋਕ ਕੌਣ ਹੈ ਜਿਹੜੇ ਉਹਨਾਂ ਦੇ ਨਾਲ ਹੈ। ਆਰ ਦੇ ਕੈਨੇਡੀਅਨ, ਆਰ ਦੇ US ਸਿਟੀਜ਼ਨ, ਆਰ ਦੇ any other country's citizen, ਜਾਂ ਕਿ ਉਹ ਇੰਡੀਅਨ ਸਿਟੀਜ਼ਨ ਹੈ। ਕਿਉਂਕਿ ਮੈਂ ਪਿੱਛੇ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਇਸ ਵੇਲੇ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਨੇ, ਜਿਨ੍ਹਾਂ ਨੇ ਪਿੱਛੇ ਜੇ ਸੰਗਰੂਰ ਤੋਂ ਇਲੈਕਸ਼ਨ ਜਿੱਤਿਆ, ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਸਰਪ੍ਰਸਤ ਨੇ, ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ। ਔਰ ਇਨਫੈਕਟ ਉਹਨਾਂ ਨੇ ਜਦੋਂ ਹੁਣ ਸਹੁੰ ਵੀ ਚੁੱਕੀ ਹੈ, ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਹੋ ਕੇ ਸਹੁੰ ਚੁੱਕੀ ਹੈ, ਔਰ ਉਹ ਇਸ ਗੱਲ ਨੂੰ ਮੰਨਦੇ ਆ ਕਿਉਂਕਿ ਉਹ ਵੀ ਇਸ ਵਿਚਾਰਧਾਰਾ ਦੇ ਨਾਲ ਤਾਲੁਕ ਰੱਖਦੇ ਆ, ਔਰ ਕਹਿੰਦੇ ਰਹੇ ਖਾਲਿਸਤਾਨ ਦਾ ਝੰਡਾ ਉਹਨਾਂ ਨੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਬੁਲੰਦ ਕੀਤਾ। ਔਰ ਇਨਫੈਕਟ ਉਹ ਇਸ ਤਰੀਕੇ ਦੇ ਜਿਹੜੇ ਗਰੁੱਪਸ ਨੇ ਉਹਨਾਂ ਨੂੰ ਹਮੇਸ਼ਾ ਕਹਿੰਦੇ ਰਹੇ ਕਿ ਤੁਸੀਂ ਬਾਹਰੋਂ ਇਸ ਤਰੀਕੇ ਦੀ ਆਵਾਜ਼ ਕਿਉਂ ਕਰਦੇ ਹੋ, ਜੇ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਇੱਥੇ ਆ ਕੇ ਕਰੋ। ਇਨਫੈਕਟ ਔਨ 2020 ਰੈਫਰੈਂਡਮ ਮੈਂ ਉਹਨਾਂ ਦੀ ਇੱਕ ਇੰਟਰਵਿਊ ਜਿਹੜੀ ਦੇਖ ਰਿਹਾ ਸੀ, ਜਿਹਦੇ 'ਚ ਉਹ ਇਸ ਗੱਲ ਨੂੰ ਰੱਖ ਰਹੇ ਸੀ ਕਿ ਰੈਫਰੈਂਡਮ ਤਾਂ ਹੁੰਦਾ, ਇਹ ਮਿਸਟਰ ਮਾਨ ਦੀ ਕੋਟ ਹੈ, ਕਿ ਜੇ ਇੱਕ ਮੁਲਕ ਜਿਹੜਾ ਉਹ ਮੁਲਕ ਕਰਵਾਏ ਰੈਫਰੈਂਡਮ ਕਿ ਹਾਂ ਮੇਰੇ ਨਾਗਰਿਕ ਇਹ ਚਾਹੁੰਦੇ ਆ, ਜਾਂ ਇੱਕ ਪਰਟੀਕੂਲਰ ਖੇਤਾ ਜਿਹੜਾ ਉਹ ਇਹ ਚਾਹੁੰਦਾ ਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ, ਜਿਵੇਂ ਬ੍ਰੈਗਜ਼ਿਟ ਦਾ ਇੱਕ ਰੀਸੈਂਟ ਹੋਈ ਗੱਲ ਜਿਹੜੀ ਅਸੀਂ ਦੇਖੀ ਕਿ ਬ੍ਰੈਗਜ਼ਿਟ ਦੇ ਵਿੱਚੋਂ ਜਿਹੜਾ UK ਉਹ ਬਾਹਰ ਹੋਇਆ। ਸੋ ਇਹ ਉਹਨਾਂ ਦੀ ਇਹ ਇੱਕ ਕੋਟ ਹੈ ਕਿ ਜੇ ਵਾਕਈ ਇਸ ਤਰੀਕੇ ਦੀ ਕੋਈ ਗੱਲਬਾਤ ਚਾਹੁੰਦੇ ਆ ਤਾਂ ਇਹ ਕੰਟਰੀ ਦੇ ਵਿੱਚੋਂ, ਉਸ ਕੰਟਰੀ ਦੇ ਵਿੱਚੋਂ ਸ਼ੁਰੂ ਹੋਣੀ ਚਾਹੀਦੀ, ਨਾ ਕਿ ਬਾਹਰਲੇ ਮੁਲਕ 'ਚ ਹੋਣੀ ਚਾਹੀਦੀ ਹੈ। ਹੁਣ UN ਇਹਦੇ ਕੀ ਕਰ ਸਕਦਾ ਜਾਂ ਕੀ ਨਹੀਂ ਕਰ ਸਕਦਾ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਮੇਰੇ ਖਿਆਲ ਨਾਲ ਹਮੇਸ਼ਾ ਚਰਚਾ ਦੇ ਵਿੱਚ ਰਹੇਗਾ, ਇੱਕ ਬਹਿਸ ਦਾ ਮੁੱਦਾ ਬਣ ਸਕਦਾ ਹੈ। ਇਹਦੇ ਤੇ ਡਿਫਰੈਂਟ ਤਰੀਕੇ ਦੇ ਨਾਲ ਬਹਿਸ ਹੋ ਸਕਦੀ ਹੈ। ਬਟ ਯੈਸ, ਇਹ ਸਵਾਲ ਤੁਹਾਡਾ ਬਹੁਤ ਵਾਜਬ ਹੈ ਕਿ ਉਹ ਲੋਕ ਕੌਣ ਨੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ, ਕੀ ਉਹ ਫੋਰਨ ਨੈਸ਼ਨਲ ਨੇ ਜਾਂ ਕਿ ਉਹ ਇੰਡੀਅਨ ਨੈਸ਼ਨਲ ਨੇ। ਅਗਲੀ ਗੱਲ ਸਮੀਰ ਜੀ ਇਹ ਹੈ ਜਿਹੜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜੀ ਮੇਰੇ ਧਿਆਨ 'ਚ ਆਈ ਹੈ, ਕਿਹਾ ਜਾ ਰਿਹਾ ਕਿ ਜਿਹੜੇ ਫੋਰ ਐਗਜ਼ਾਮਪਲ ਟੂ ਬੀ ਸਪੈਸੀਫਿਕ ਕੈਨੇਡੀਅਨ ਪੋਲੀਟੀਸ਼ੀਅਨਸ ਆ, ਉਹ ਇਸ ਐਲੀਮੈਂਟ ਨੂੰ ਪੈਂਡਾ ਕਰਦੇ ਆ, ਹਵਾ ਦਿੰਦੇ ਆ, ਕਿਉਂਕਿ ਉਹਨਾਂ ਦਾ ਕੰਸਰਨ ਹੁੰਦਾ ਵੋਟਾਂ ਲੈਣੀਆਂ, ਇਲੈਕਸ਼ਨ 'ਚ ਇਹਨਾਂ ਦਾ ਇਸਤੇਮਾਲ ਕਰਨਾ,
ਇਹਨਾਂ ਕੋਲ ਫੰਡ ਵੀ ਹੈਗੇ ਆ, ਜਿਸ ਤਰੀਕੇ ਨਾਲ ਭਾਵੇਂ ਜਿਸ ਤਰੀਕੇ ਨਾਲ ਇਕੱਠੇ ਕਰਦੇ ਆ ਉਹਦੇ ਵਿੱਚ ਆਪਾਂ ਨਹੀਂ ਜਾਂਦੇ। ਇਹਨਾਂ ਨੂੰ ਹੋਰ ਮੁਲਕਾਂ ਤੋਂ ਪੈਸੇ ਮਿਲ ਰਹੇ ਆ ਜਿਹੜੇ ਭਾਰਤ ਦੇ ਦੁਸ਼ਮਣ ਆ, ਜਾਂ ਉਹਨਾਂ ਏਜੰਸੀਆਂ ਤੋਂ ਮਿਲ ਰਹੇ ਆ ਜਿਹੜੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਹਿੱਸਾ ਲੈਂਦੀਆਂ ਨੇ। ਪਰ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੈਨੇਡੀਅਨ ਪੋਲੀਟੀਸ਼ੀਅਨਸ ਆ ਉਹ ਵੀ ਇਹਨਾਂ ਪ੍ਰਤੀ ਕੋਈ ਸਖਤ ਰੁਖ ਅਖਤਿਆਰ ਨਹੀਂ ਕਰਦੇ, ਬਲਕਿ ਇਹਨਾਂ ਵੱਲ ਸੌਫਟ ਰਹਿੰਦੇ ਆ, ਕਿਉਂਕਿ ਇਹਨਾਂ ਕੋਲ ਥੋੜਾ ਬਹੁਤਾ ਵੋਟ ਬੈਂਕ ਹੈਗਾ ਜਿਹਦਾ ਉਹ ਆਪਣੀਆਂ ਚੋਣਾਂ 'ਚ ਇਸਤੇਮਾਲ ਕਰਦੇ ਆ। ਇਜ਼ ਇਟ ਟਰੂ ਸਮੀਰ ਜੀ? ਦੇਖੋ ਇਹਦੇ ਤੇ ਵਾਂਸ ਅਗੇਨ ਐਜ਼ ਆਈ ਸੈਡ ਕਿ ਕੈਨੇਡਾ ਦੀ ਬਿਊਟੀ ਇਹ ਹੈ ਕਿ ਤੁਸੀਂ ਆਪਣੀ ਗੱਲ ਜਿਹੜੀ ਉਹ ਰੱਖ ਸਕਦੇ ਹੋ। ਐਂਡ ਇਨ ਫੈਕਟ ਜਿਹੜੀ ਇੱਥੇ ਦੇ ਪੋਲੀਟੀਸ਼ੀਅਨਸ ਹੈ, ਜਦੋਂ ਅਸੀਂ ਇੱਥੇ ਦੇ ਪੋਲੀਟੀਸ਼ੀਅਨਸ ਦੀ ਗੱਲ ਕਰਦੇ ਹਾਂ ਤਾਂ ਆਈ ਕੈਨ ਬੀ ਵੈਰੀ ਕਲੀਅਰ ਔਨ ਵਨ ਥਿੰਗ ਕਿ ਅਜਿਹਾ ਨਹੀਂ ਹੈ ਕਿ ਕਿਸੇ ਦੇ ਵੱਲੋਂ ਉਹਨਾਂ ਨੂੰ ਪੈਂਪਰ ਕੀਤਾ ਜਾ ਰਿਹਾ। ਕਿਉਂਕਿ ਜੇ ਮੈਂ ਰੀਸੈਂਟਲੀ ਹੀ ਤੁਹਾਨੂੰ ਕੁਝ ਐਗਜ਼ਾਮਪਲਸ ਦਵਾਂ, ਪਿੱਛੇ ਜੇ ਪ੍ਰੋਗਰਾਮ ਹੋ ਕੇ ਹਟਿਆ 15th of August ਦੇ ਉੱਤੇ ਆਜ਼ਾਦੀ ਦਾ 75ਵਾਂ ਜਿਹੜਾ ਵਰ੍ਹੇਗੰਢ ਮਨਾਈ ਗਈ ਹੈ, ਆਜ਼ਾਦੀ ਦਾ ਅੰਮ੍ਰਿਤ ਮਹੋਤਸਵ। ਇਨਫੈਕਟ ਵੈਸਟ ਕੋਸਟ ਦੇ ਉੱਤੇ ਜਿਹੜੀ ਸਾਡੀ ਕੌਂਸੂਲੇਟ ਹੈ ਵੈਨਕੂਵਰ ਦੀ, ਇਹਨਾਂ ਦੇ ਵੱਲੋਂ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ। ਬਹੁਤ ਸਾਰੇ ਕੈਨੇਡੀਅਨ ਜਿਹੜੇ ਪੋਲੀਟੀਸ਼ੀਅਨ ਆ ਉੱਥੇ ਪਹੁੰਚੇ। ਇਨਫੈਕਟ ਹੁਣ ਇੱਕ ਨਮਸਤੇ ਕੈਨੇਡਾ ਪ੍ਰੋਗਰਾਮ ਹੋ ਕੇ ਹਟਿਆ ਜਿਹਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਜਿਹੜੇ ਆ, ਇਨਫੈਕਟ NDP ਦੇ ਮੈਂਬਰ ਆਫ ਪਾਰਲੀਮੈਂਟ ਮਿਸਟਰ ਪੀਟਰ ਜੂਲੀਅਨ ਉਹ ਵੀ ਪਹੁੰਚੇ, ਵਿਚ ਹੂ ਇਜ਼ ਵੈਰੀ ਕਲੋਜ਼ ਟੂ ਸਰਦਾਰ ਜਗਮੀਤ ਸਿੰਘ ਜਿਹੜੇ ਕਿ ਫੈਡਰਲ NDP ਦੇ ਜਿਹੜੇ ਲੀਡਰ ਨੇ। ਔਰ ਉਹ ਇੱਕ ਮਿਸਟਰ ਜਗਮੀਤ ਸਿੰਘ ਦਾ ਗ੍ਰੀਟਿੰਗ ਵੀ ਉੱਥੇ ਲੈ ਕੇ ਆਏ। ਔਰ ਨਮਸਤੇ ਕੈਨੇਡਾ ਜਿਹੜਾ ਕੌਂਸੂਲੇਟ ਜਨਰਲ ਕੌਂਸੂਲੇਟ ਵੱਲੋਂ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੀ, ਇਹਦੇ ਵਿੱਚ ਆਪਣਾ ਗ੍ਰੀਟਿੰਗ ਜਿਹੜਾ ਮਿਸਟਰ ਜਗਮੀਤ ਸਿੰਘ ਦਾ ਉਹ ਵੀ ਉਹਨਾਂ ਵੱਲੋਂ ਪੜ੍ਹਿਆ ਗਿਆ। ਔਰ ਇਸ ਤੋਂ ਇਲਾਵਾ ਜੇ ਮੈਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਾਂ, ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਸਾਡੀ ਲੈਜਿਸਲੇਟਿਵ ਅਸੈਂਬਲੀ ਹੈ, ਵਿਧਾਨ ਸਭਾ, ਉਹਦੇ ਸਪੀਕਰ ਇਹ ਪ੍ਰੋਗਰਾਮਸ ਦੇ ਵਿੱਚ ਸ਼ਾਮਲ ਹੁੰਦੇ ਆ। ਜਿਹੜੇ ਇੰਡੀਆ ਦੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਸੀ ਉਹਨਾਂ ਦੇ ਸ਼ਾਮਿਲ ਹੁੰਦੇ ਆ। ਬਹੁਤ ਸਾਰੇ ਮਿਨਿਸਟਰਸ ਜਿਹੜੇ ਆ ਲੋਕਲ ਲੈਵਲ ਦੇ ਸਾਡੇ BC ਦੇ ਪ੍ਰੋਵਿੰਸ ਦੇ, ਔਰ ਨਾਲ ਦੇ ਨਾਲ ਸਸਕੈਚੁਅਨ ਦੇ ਬਹੁਤ ਸਾਰੇ ਮਿਨਿਸਟਰਸ, ਇਨਫੈਕਟ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉੱਥੋਂ ਦੀ ਦੇ, ਉਹ ਵੀ ਐਤਕੀ ਸ਼ਾਮਿਲ ਹੋਏ ਆ। ਸੋ ਸੇਮ ਐਜ਼ ਫॉर ਬਰੈਂਪਟਨ ਐਜ਼ ਵੈਲ ਐਜ਼ ਟੋਰਾਂਟੋ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉੱਥੇ ਵੀ ਬਹੁਤ ਸਾਰੇ ਲੀਡਰ ਨੇ। ਕਿਉਂਕਿ ਦੇਖੋ ਇਹ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਸਭ ਨੂੰ ਇਹ ਪਤਾ ਹੈ ਕਿ ਇੰਡੀਆ ਇਸ ਵੇਲੇ ਇੱਕ ਬਹੁਤ ਵੱਡੀ ਪਾਵਰ ਬਣ ਰਿਹਾ, ਔਰ ਇੰਡੀਆ ਦੀ ਜਿਹੜੀ ਪੋਪੂਲੇਸ਼ਨ ਹੈ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਤਾਕਤ ਹੈ ਜਦੋਂ ਅਸੀਂ ਇੱਕ ਵੱਡੇ ਬਿਗ ਮਾਰਕੀਟ ਦੀ ਗੱਲ ਕਰਦੇ ਹਾਂ। ਔਰ ਖਾਸ ਤੌਰ ਦੇ ਉੱਤੇ ਵੈਸਟਰਨ ਕੰਟਰੀਜ਼, ਜੇ ਅਸੀਂ US ਦੀ ਗੱਲ ਕਰਦੇ ਹਾਂ, ਜਦੋਂ ਏਸ਼ੀਆ ਉਸ ਰੀਜਨ ਦੇ ਵਿੱਚ ਜਦੋਂ ਉਹ ਦੇਖਦੇ ਆ ਕਿ ਉਹਨਾਂ ਦੇ ਮਿੱਤਰ ਦੇਸ਼ ਕਿਹੜੇ ਆ, ਉਹਦੇ ਵਿੱਚ ਇੰਡੀਆ ਦਾ ਨਾਮ ਜਿਹੜਾ ਉਹ ਬੜੀ ਪ੍ਰਮੁੱਖਤਾ ਦੇ ਨਾਲ ਆਉਂਦਾ। ਔਰ ਐਜ਼ ਫਾਰ ਐਜ਼ ਕੈਨੇਡਾ ਇਜ਼ ਕੰਸਰਨਡ, ਸਾਡਾ ਐਲਾਈ ਮੁਲਕ ਹੈ ਜਿਹੜਾ US ਹੈ। ਸੋ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੰਡੀਆ ਦੇ ਨਾਲ ਕੈਨੇਡਾ ਦੇ ਰਿਲੇਸ਼ਨ ਕੁਝ ਤਲਖੀ ਭਰੇ ਜਾਂ ਕੁਝ ਅਜਿਹੇ ਰਹੇ, ਮੈਂ ਤਲਖੀ ਤਾਂ ਨਹੀਂ ਮੈਂ ਕਹੂੰਗਾ, ਲੇਕਿਨ ਕੁਝ ਸੌਹਾਰਦ ਜਿਹੜਾ ਉਹ ਨਹੀਂ ਰਿਹਾ ਆਪਸ ਦੇ ਵਿੱਚ। ਜਦੋਂ ਮਿਸਟਰ ਜਸਟਿਨ ਟਰੂਡੋ ਦੀ ਕੈਨੇਡਾ ਪੰਜਾਬ ਇੰਡੀਆ ਦੇ ਵਿੱਚ ਵਿਜ਼ਿਟ ਹੋਈ ਸੀ, ਉਦੋਂ ਜਿਸ ਤਰੀਕੇ ਦਾ ਇੱਕ ਆਪਸ ਦੇ ਵਿੱਚ ਰਿਸ਼ਤਾ ਚਾਹੀਦਾ ਸੀ ਉਹ ਰਿਸ਼ਤਾ ਦੇਖਣ ਨੂੰ ਨਹੀਂ ਆਇਆ। ਸੋ ਉਸ ਰਿਸ਼ਤੇ ਨੂੰ ਦੁਬਾਰਾ ਤੋਂ ਬਰਕਰਾਰ ਰੱਖਣ ਦੇ ਵਾਸਤੇ ਜਿਹੜੀ ਫੋਰਨ ਪਾਲਿਸੀ ਹੈ ਉਹਨੂੰ ਵਧੀਆ ਤਰੀਕੇ ਨਾਲ ਬਣਾਉਣ ਦੇ ਵਾਸਤੇ ਜਿਹੜੇ ਕੁਝ ਲੀਡਰਸ ਨੇ ਉਹਨਾਂ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ। ਇਨਫੈਕਟ ਹੁਣ ਮੇਰੇ ਖਿਆਲ ਨਾਲ ਕਿਉਂਕਿ ਇੰਡੀਆ ਇੱਕ ਵੱਡੀ ਤਾਕਤ ਹੈ, ਇਸ ਕਰਕੇ ਅਜਿਹਾ ਨਹੀਂ ਹੋ ਸਕਦਾ ਕਿ ਕੋਈ ਵੀ ਐਸੇ ਐਲੀਮੈਂਟ ਹੋਣ ਜਿਹੜੇ ਇੰਡੀਆ ਨੂੰ ਤੋੜਨਾ ਚਾਹੁੰਦੇ ਹੋਣ, ਉਹਨਾਂ ਨੂੰ ਪੈਂਪਰ ਕੀਤਾ ਜਾ ਸਕੇ। ਯੈਸ, ਪਰਦੇ ਦੇ ਪਿੱਛੇ ਕੀ ਕੁਝ ਹੋ ਸਕਦਾ ਕਿ ਕੁਝ ਲੋਕ ਅਜਿਹੇ ਹੋਣ ਜਿਹੜੇ ਇਹਨਾਂ ਨੂੰ ਐਜ਼ ਵੋਟ ਬੈਂਕ ਇਸਤੇਮਾਲ ਕਰਦੇ ਹੋਣ, ਪਰ ਮੇਰੇ ਖਿਆਲ ਨਾਲ ਉੱਥੇ ਇਹਨਾਂ ਲੋਕਾਂ ਨੂੰ ਵੀ ਪਤਾ ਹੋਏਗਾ ਕਿ ਉਹ ਕਿਹੜੇ ਪੋਲੀਟੀਸ਼ੀਅਨ ਨੇ ਜਿਹੜੇ ਕੇਵਲ ਇਹਨਾਂ ਨੂੰ ਇਸ ਕਰਕੇ ਇਸਤੇਮਾਲ ਕਰ ਰਹੇ ਹੋਣਗੇ ਕਿ ਇਹ ਕੇਵਲ ਇੱਕ ਵੋਟ ਬੈਂਕ ਨੇ, ਉਸ ਤੋਂ ਜ਼ਿਆਦਾ ਸ਼ਾਇਦ ਕੁਝ ਨਹੀਂ। ਲੇਕਿਨ ਕੁੱਲ ਮਿਲਾ ਕੇ ਜਦੋਂ ਅਸੀਂ ਓਪਨ ਦੇਖਦੇ ਹਾਂ, ਇੱਕ ਸਾਡਾ ਇਲੈਕਸ਼ਨ ਦਾ ਪ੍ਰੋਸੈਸ ਹੈ ਜਿਹੜਾ ਬੜਾ ਫੇਅਰ ਪ੍ਰੋਸੈਸ ਹੈ, ਬਹੁਤ ਵਧੀਆ ਪ੍ਰੋਸੈਸ ਹੈ। ਉਹਦੇ ਵਿੱਚ ਕਿਤੇ ਅਜਿਹਾ ਨਹੀਂ ਹੈ ਕਿ ਕਿਸੇ ਇੱਕ ਗਰੁੱਪ ਨੂੰ ਇਸ ਕਰਕੇ ਅੱਗੇ ਕਰ ਦਿੱਤਾ ਜਾਏ ਜਾਂ ਪੈਂਪਰ ਕਰ ਦਿੱਤਾ ਜਾਏ ਕਿ ਉਹ ਇੱਕ ਫਲਾਂ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਆ ਜਾਂ ਉਹਨਾਂ ਕੋਲ ਵੋਟਸ ਜਿਹੜੀਆਂ ਉਹ ਕਿਤੇ ਨਾ ਕਿਤੇ ਜ਼ਿਆਦਾ ਹੈਗੀਆਂ। ਜੀ ਸਮੀਰ ਜੀ, ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਤੁਹਾਨੂੰ। ਬਰੈਂਪਟਨ ਦੇ ਵਿੱਚ ਜਿਸ ਤਰੀਕੇ ਨਾਲ ਰੈਫਰੈਂਡਮ 2020 ਦੇ ਪੋਸਟਰਸ ਤੇ ਹੋਰਡਿੰਗਸ ਲਾਏ ਗਏ, ਉਹਦੇ ਵਿਰੋਧ 'ਚ ਇੱਕ ਆਵਾਜ਼ ਉੱਠੀ। ਆਜ਼ਾਦ ਸਿੰਘ ਗੋਇਤ ਜਿਹੜੇ ਕਿ ਇੱਕ ਵਕੀਲ ਨੇ ਔਰ ਇਸ ਵਕਤ ਉਹ ਇਲੈਕਸ਼ਨ ਵੀ ਲੜ ਰਹੇ ਆ ਕਾਉਂਸਲਰ ਦੀ, ਜਿਵੇਂ ਇੰਡੀਆ 'ਚ MC ਹੁੰਦੇ ਆ, ਮਿਊਨਿਸਪਲ ਕਾਉਂਸਲਰ ਹੁੰਦੇ ਆ, ਇਸ ਤਰ੍ਹਾਂ ਦੀ ਉਹ ਇਲੈਕਸ਼ਨ ਵੀ ਲੜ ਰਹੇ ਆ। ਸੋ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਰੈਫਰੈਂਡਮ 2020 ਦੇ ਪੋਸਟਰ ਤੇ ਹੋਰਡਿੰਗਸ ਪਬਲਿਕ ਬਿਲਡਿੰਗਸ ਤੇ ਨਹੀਂ ਲੱਗ ਸਕਦੇ, ਸਰਕਾਰੀ ਬਿਲਡਿੰਗਸ ਤੇ ਨਹੀਂ ਲੱਗ ਸਕਦੇ ਜਿਹੜੇ ਕਿ ਲਾਏ ਜਾ ਰਹੇ ਆ।
ਸੋ ਉਹਨਾਂ ਨੇ ਪੁਲਿਸ ਤੋਂ, ਲੋਕਲ ਗਵਰਨਮੈਂਟ ਤੋਂ ਇਹ ਮੰਗ ਕੀਤੀ ਕਿ ਇਹਨਾਂ ਨੂੰ ਤੁਰੰਤ ਹਟਾਇਆ ਜਾਏ। ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਹਟੇ ਨਹੀਂ ਹਟੇ, ਪਰ ਕਹਿਣ ਦਾ ਮਤਲਬ ਇਹ ਆ ਕਿ ਕੁਝ ਵਿਰੋਧ ਦੇ ਵਿੱਚ ਵੀ ਸਵਰ ਉੱਠ ਰਹੇ ਆ, ਪਰ ਮੈਨੂੰ ਇਹ ਨਹੀਂ ਪਤਾ ਕਿ ਇਹ ਸਵਰ ਜਿਹੜੇ ਉੱਠ ਰਹੇ ਆ, ਇਹ ਆਵਾਜ਼ਾਂ ਜਿਹੜੀਆਂ ਇਹਨਾਂ ਦੇ ਵਿਰੋਧ 'ਚ ਉੱਠ ਰਹੀਆਂ, ਉਹ ਕਿੰਨੀਆਂ ਕੁ ਮਜ਼ਬੂਤ ਆ। ਕਿਉਂਕਿ ਜ਼ਿਆਦਾ ਜਿਹੜੇ ਲੋਕ ਆ ਉਹ ਪੀਸ ਲਵਿੰਗ ਆ, ਉਹ ਕਹਿੰਦੇ ਕੀ ਲੈਣਾ ਪੰਗੇ 'ਚ ਪੈ ਕੇ, ਇਹ ਥੋੜੇ ਜਿਹੇ ਬੰਦੇ ਹੈਗੇ, ਇਹਨਾਂ ਨੂੰ ਰੌਲਾ ਪਾਈ ਜਾਣ ਦਿਓ। ਪਰ ਇਹ ਬੜੀ ਇਹ ਹਾਰਟਨਿੰਗ ਹੈ, ਖੁਸ਼ੀ ਵਾਲੀ ਗੱਲ ਹੈ ਕਿ ਸਮ ਪੀਪਲ ਹੈਵ ਡੇਅਰ ਟੂ ਕਮ ਆਊਟ ਅਗੇਂਸਟ them, ਕਿਉਂਕਿ ਇਹ ਵਾਇਲੈਂਟ ਹੋ ਜਾਂਦੇ ਆ ਜਦੋਂ ਇਹਨਾਂ ਨੂੰ ਕੋਈ ਅਪੋਜ਼ ਕਰਦਾ, ਇਹਨਾਂ ਦੀ ਵਿਚਾਰਧਾਰਾ ਦੇ ਅਗੇਂਸਟ ਕੋਈ ਗੱਲ ਕਰਦਾ। they don't even shirk to get violent with them। so ਕੀ ਇਸ ਕਿਸਮ ਦੀ ਆਵਾਜ਼ ਵਿਰੋਧ ਦੀ ਤੁਹਾਡੇ ਧਿਆਨ 'ਚ ਕੋਈ ਨਜ਼ਰ ਆ ਰਹੀ ਹੈ? ਤੁਹਾਨੂੰ ਕੁਝ ਇਹਦੇ ਬਾਰੇ ਪਤਾ ਲੱਗ ਰਿਹਾ ਜੀ? ਦੇਖੋ, ਐਸ ਫਾਰ ਐਜ਼ ਵੈਸਟ ਕੋਸਟ ਇਜ਼ ਕੰਸਰਨ, ਜਿੱਥੇ ਅਸੀਂ ਰਹਿੰਦੇ ਹਾਂ, ਮੈਂ ਇੱਕ ਚੀਜ਼ ਬਹੁਤ ਕਲੈਰਿਟੀ ਦੇ ਨਾਲ ਦੱਸਣਾ ਚਾਹੂੰਗਾ ਕਿ ਇੱਕ ਤਾਂ ਕਾਨੂੰਨ ਨੂੰ ਹੱਥ 'ਚ ਲੈਣਾ ਇੱਥੇ ਕੋਈ ਆਸਾਨ ਨਹੀਂ ਹੈ। ਇੱਕ ਵਾਰ ਜੇ ਕਿਸੇ ਤੇ ਚਾਰਜ ਲੱਗ ਜਾਏ ਤਾਂ ਬਹੁਤ ਮੁਸ਼ਕਲ ਹੈ ਕਿ ਉਹ ਤੋਂ ਚਾਰਜ ਹਟਦਾ ਹੈ। ਦੋ, ਇੱਕ ਬੜਾ ਫੇਅਰ ਟਰਾਂਸਪੇਰੈਂਟ ਸਾਡਾ ਲੀਗਲ ਪ੍ਰੋਸੈਸ ਹੈ, ਜਿਹਦੀ ਪਾਲਣਾ ਜਿਹੜੀ ਹੈ ਉਹ ਕਰਵਾਈ ਵੀ ਜਾਂਦੀ ਹੈ। ਸਾਡੀ ਇੱਥੇ ਦੀ ਪੁਲਿਸ ਜਿਹੜੀ ਹੈ ਉਹ ਸਖਤ ਹੈ ਇਸ ਮਾਮਲੇ ਦੇ ਵਿੱਚ। ਔਰ ਦੂਸਰੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਵਿਰੋਧ ਦੀ ਗੱਲ, ਮੇਰੇ ਖਿਆਲ ਨਾਲ ਜਿਹੜੇ ਲੋਕ ਯੂਨਾਈਟਿਡ ਇੰਡੀਆ ਦੇ ਵਿੱਚ ਯਕੀਨ ਰੱਖਦੇ ਆ, ਇੰਡੀਆ ਦੇ ਨਾਲ ਪਿਆਰ ਕਰਦੇ ਆ, ਉਹ ਸ਼ਾਇਦ ਕਿਸੇ ਇਸ ਐਸੀ ਕੰਟਰੋਵਰਸੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਕਿ ਇਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਬਹਿਸ ਕੀਤੀ ਜਾਏ ਜਾਂ ਇਹਨਾਂ ਦਾ ਵਿਰੋਧ ਕੀਤਾ ਜਾਏ। ਇੱਕ ਲਾਈਨ ਆਪਣੀ ਅਲੱਗ ਜਿਹੜੀ ਉਹ ਖਿੱਚੀ ਜਾ ਰਹੀ ਹੈ। ਪਿੱਛੇ ਜੇ ਤਿਰੰਗਾ ਯਾਤਰਾਵਾਂ ਨਿਕਲੀਆਂ, ਬਹੁਤ ਵੱਡੀਆਂ ਤਿਰੰਗਾ ਯਾਤਰਾਵਾਂ ਨਿਕਲੀਆਂ। ਪਿੱਛੇ ਜੇ ਬਹੁਤ ਸਾਰੇ ਐਸੇ ਇਵੈਂਟਸ ਹੋਏ ਹੈ, ਇਨਫੈਕਟ ਨਾਟ ਜਸਟ ਓਨਲੀ ਬਾਈ ਦ ਕੌਂਸੂਲੇਟ ਬਟ ਡਿਫਰੈਂਟ ਆਰਗੇਨਾਈਜੇਸ਼ਨਸ, ਡਿਫਰੈਂਟ ਟੈਂਪਲਸ ਵੱਲੋਂ ਆਰਗੇਨਾਈਜ਼ ਕੀਤੇ ਗਏ, ਜਿਹਦੇ 'ਚ ਝੰਡੇ ਜਿਹੜੇ ਹੈ ਭਾਰਤ ਦੇ, ਜਿਹੜਾ ਤਿਰੰਗਾ ਝੰਡਾ ਉਹ ਲਹਿਰਾਏ ਗਏ 15 ਅਗਸਤ ਦੇ ਮੌਕੇ ਤੇ। ਔਰ ਇੰਡੀਅਨ ਡਾਇਸਪੋਰਾ ਜਿਹੜਾ, ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਆ ਉਹ ਅਦਰਵਾਈਜ਼ ਵੀ ਜਿਹੜੇ ਡਿਫਰੈਂਟ ਆਰਗੇਨਾਈਜੇਸ਼ਨ ਉਹਨਾਂ ਵੱਲੋਂ ਆਰਗੇਨਾਈਜ਼ ਕੀਤੇ ਗਏ ਆ। ਸੋ ਇਟ ਗਿਵਸ ਅ ਵੈਰੀ ਕਲੀਅਰ ਮੈਸੇਜ ਕਿ ਜਿਹੜੇ ਲੋਕ ਇੰਡੀਆ ਨੂੰ ਪਸੰਦ ਕਰਦੇ ਆ, ਪ੍ਰੋ ਇੰਡੀਆ ਸੋਚ ਰੱਖਣ ਵਾਲੇ ਆ, ਆਪਣੇ ਰੂਟਸ ਦੇ ਨਾਲ ਪਿਆਰ ਕਰਦੇ ਆ। ਦੋ ਆਈ ਐਮ ਅ ਪ੍ਰਾਊਡ ਕੈਨੇਡੀਅਨ, ਬਟ ਮੇਰਾ ਪੂਰਾ ਪਰਿਵਾਰ ਅੱਜ ਵੀ ਇੰਡੀਆ ਦੇ ਵਿੱਚ ਹੈ ਔਰ ਮੈਨੂੰ ਬੜੇ ਮਾਣ ਨਾਲ ਕਹਿਣਾ, ਮੈਂ ਪਸੰਦ ਕਰਦਾ ਕਹਿਣਾ ਕਿ ਮੈਂ ਇੰਡੀਆ ਦੇ ਨਾਲ ਤਾਲੁਕ ਰੱਖਦਾ, ਭਾਰਤ ਵਰਸ਼ ਦੇ ਨਾਲ ਤਾਲੁਕ ਰੱਖਦਾ। ਔਰ ਕਿਤੇ ਵੀ ਭਾਰਤ ਦੀ ਭਲੇ ਦੀ ਗੱਲ ਹੁੰਦੀ ਹੈ ਤਾਂ ਡੈਫੀਨੇਟਲੀ ਅਸੀਂ ਹਮੇਸ਼ਾ ਅੱਗੇ ਆ ਕੇ ਉਹਦੇ ਵਾਸਤੇ ਖੜੇ ਹੁੰਦੇ ਹਾਂ। ਔਰ ਇਸੇ ਤਰੀਕੇ ਨਾਲ ਇਟਸ ਨਾਟ ਜਸਟ ਓਨਲੀ ਮੀ, ਦੇਰ ਆਰ ਸੋ ਮੈਨੀ ਅਦਰ ਪੀਪਲ ਜਿਹੜੇ ਇਸੇ ਸੋਚ ਦੇ ਨਾਲ ਜੁੜੇ ਹੋਏ ਆ ਕਿ ਕਿਸੇ ਦਾ ਵਿਰੋਧ ਕਰਨ ਦੀ ਬਜਾਏ ਆਪਣੀ ਲਾਈਨ ਜਿਹੜੀ ਹੈ ਉਹ ਵੱਡੀ ਕੀਤੀ ਜਾਂਦੀ ਹੈ। ਔਰ ਇੱਥੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਸਾਰੀਆਂ ਤਿਰੰਗਾ ਯਾਤਰਾਵਾਂ ਜਿਹੜੀਆਂ ਹੋਈਆਂ ਇਸੇ ਸੰਦਰਭ ਦੇ ਵਿੱਚ, ਔਰ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਇਸੇ ਸੰਦਰਭ ਦੇ ਵਿੱਚ ਹੋਏ। ਨਵੀਂ ਜਨਰੇਸ਼ਨ ਨੂੰ ਜੋੜਿਆ ਜਾ ਰਿਹਾ, ਨਵੇਂ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ, ਉਹ ਇੱਥੇ ਆ ਕੇ ਦੇਖ ਰਹੇ, ਕੰਪੈਰੀਜ਼ਨ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਹੋ ਰਹੀਆਂ। ਸੋ ਯੈਸ, ਦ ਥਿੰਗਸ ਆਰ ਚੇਂਜਿੰਗ ਤਗੜ ਸਾਹਿਬ, ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਨਾਲ ਕਈ ਚੀਜ਼ਾਂ ਹੋਰ ਜਿਹੜੀਆਂ ਉਹ ਬੜੀ ਪੋਜ਼ਿਟਿਵਲੀ ਚੇਂਜ ਹੋਣਗੀਆਂ। ਵੀਰ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜਾ 18 ਸਤੰਬਰ ਨੂੰ ਇਕੱਠ ਹੋਣਾ ਹੈ, ਕਿੰਨੇ ਕੋ ਇਹਨੂੰ ਹੁੰਗਾਰਾ ਮਿਲ ਸਕਦਾ ਹੈ, ਕਿੰਨਾ ਕਿ ਇਕੱਠ ਹੋ ਸਕਦਾ ਹੈ, ਜਿਸ ਤਰ੍ਹਾਂ ਦੇ ਦਾਅਵੇ ਐਸਐਫਜੀ ਹਮੇਸ਼ਾ ਕਰਦਾ ਰਿਹਾ ਹੈ? ਜਦੋਂ ਲੰਡਨ ਵਿੱਚ 2018 ਅਗਸਤ ਵਿੱਚ ਵੀ ਰੈਫਰੈਂਡਮ 2020 ਹੋਇਆ ਸੀ, ਕਿਹਾ ਗਿਆ ਸੀ ਲੱਖਾਂ ਦਾ ਇਕੱਠ ਹੋਏਗਾ, ਫਲॉप ਹੋਇਆ ਸੀ। ਇਸ ਵਾਰ ਕੀ ਲੱਗਦਾ ਹੈ? ਦੇਖੋ, ਵਨਸ ਅਗੇਨ ਇਹ ਜਿਹੜਾ ਦਾਅਵਾ ਕੀਤਾ ਜਾਏਗਾ ਇਹ ਉਹਨਾਂ ਵੱਲੋਂ ਹੀ ਕੀਤਾ ਜਾਏਗਾ। ਸੋ ਇੱਥੇ ਕੋਈ ਕਾਊਂਟਿੰਗ ਮੈਜਰ ਤਾਂ ਨਹੀਂ ਹੈ। ਔਰ ਇਨਫੈਕਟ ਜੇ ਟਰਾਂਸਪੇਰੈਂਸੀ ਦੀ ਗੱਲ ਹੈ ਤਾਂ ਕਿੰਨੇ ਲੋਕ ਉਹਦੇ 'ਚ ਸ਼ਾਮਿਲ ਹੋਏ, ਕਿੰਨੇ ਲੋਕਾਂ ਨੇ ਉਹਦੇ 'ਚ ਵੋਟ ਕੀਤੀ, ਉਹ ਲੋਕਾਂ ਦੀ ਨੈਸ਼ਨੈਲਿਟੀ ਕੀ ਹੈ, ਉਹ ਲੋਕਾਂ ਦਾ ਪਿਛੋਕੜ ਕੀ ਹੈ, ਇਹ ਸਾਰੀਆਂ ਜਿਹੜੀਆਂ ਗੱਲਾਂ ਜੇ ਦੱਸੀਆਂ ਜਾਣ, ਜੇ ਦੱਸਿਆ ਜਾਏ ਕਿ ਫਲਾਂ ਪੁੱਤਰ ਫਲਾਣਾ ਰੈਜ਼ੀਡੈਂਟ ਆਫ ਫਲਾਣਾ ਇਲਾਕਾ, ਪਿਛੋਕੜ ਉਹਦਾ ਆਪ ਹੈ, ਉਹਨੇ ਇਹਦੇ 'ਚ ਹਿੱਸਾ ਲਿਆ, ਇਸ ਤਰੀਕੇ ਦੀਆਂ ਜਦ ਤੱਕ ਗੱਲਾਂ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀਆਂ, ਵੀ ਡੋਂਟ ਨੋ ਕਿ ਉਹ ਵਿਅਕਤੀ ਕੀ ਉਹ POK ਦਾ ਮੈਂਬਰ ਰਿਹਾ ਜਾਂ ਕਿ ਉਹ ਪੰਜਾਬ ਦਾ ਸੀ, ਉਹ ਕਿਹੜੇ ਪੰਜਾਬ ਦਾ ਹੈ, ਇਹ ਜਿਹੜੀਆਂ ਜਾਣਕਾਰੀਆਂ ਉਨੀ ਦੇਰ ਤੱਕ ਤਾਂ ਇਟ ਇਜ਼ ਜਸਟ ਅ ਕਲੇਮ। ਔਰ ਕਲੇਮ ਜਿਹੜਾ ਉਹ ਕੋਈ ਵੀ ਕਰ ਸਕਦਾ, ਕਲੇਮ ਕੋਈ ਵੀ ਕਰ ਸਕਦਾ। ਸੋ ਇਸ ਕਲੇਮ ਨੂੰ ਮੈਂ ਜ਼ਿਆਦਾਤਰ ਸਵਾਲ ਇਹ ਵੀ ਹੈ ਕਿ ਜਿਹੜਾ ਜਨਮਤ ਸੰਗ੍ਰਹਿ ਜਿਹੜੀ ਓਪੀਨੀਅਨ ਪੋਲ ਦੀ ਗੱਲ ਕਰਦੇ ਨੇ, ਰੈਫਰੈਂਡਮ ਦੀ ਗੱਲ ਕਰਦੇ ਨੇ, ਉਹਦੀ ਸਾਇੰਟੀਫਿਕ ਮੈਥੋਡੋਲੋਜੀ ਦੇ ਬਾਰੇ ਕੀ ਇਹਨਾਂ ਨੂੰ ਪਤਾ ਵੀ ਹੈ? ਔਰ ਉਹਨਾਂ ਨੂੰ ਜਿਹੜੇ ਕਿ ਉੱਥੇ ਇਕੱਠੇ ਹੋਣਗੇ? ਦੇਖੋ, ਵਨਸ ਅਗੇਨ ਇਹ ਜਿਹੜਾ ਸਵਾਲ ਹੈ ਇਹ ਬੈਟਰ ਹੈ ਜੇ ਮਿਸਟਰ ਗੁਰਪਤਵੰਤ ਪੰਨੂ ਇਹਦਾ ਜਵਾਬ ਦੇਣ, ਕਿਉਂਕਿ ਉਹ ਇਹਦੇ ਬਾਰੇ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਆ ਕਿ ਮੈਂ ਰੈਫਰੈਂਡਮ ਕਰਾਵਾਂ ਜਾਂ ਰਾਏਸ਼ੁਮਾਰੀ ਜਨਮਤ ਜਿਹੜਾ
ਜਨਮਤ ਸੰਗ੍ਰਹਿ ਉਹ ਕਰਾਵਾਂ। ਸੋ ਡੈਫੀਨੇਟਲੀ ਉਹ ਦੱਸ ਸਕਦੇ ਕਿ ਕੀ UN ਦੇ ਵੱਲੋਂ ਇਹਨੂੰ ਕੋਈ ਕਿਸੇ ਕਿਸਮ ਦੀ ਹਰੀ ਝੰਡੀ ਮਿਲੀ ਹੈ, ਜਾਂ ਕਿ ਉਹ ਇਹਦੀ ਜਿਹੜੀ ਸਾਰਾ ਇਹਦਾ ਕੋਈ ਡੇਟਾ ਇਕੱਠਾ ਹੋਏਗਾ ਉਹ UN 'ਚ ਲੈ ਕੇ ਜਾਣਗੇ, ਕਿ UN ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਅਥਾਰਟੀ ਦਿੱਤੀ ਹੋਈ ਹੈ, ਜਾਂ ਇਹਦਾ ਲੈ ਕੇ ਜਾਵਾਂਗੇ, ਉਹ ਕਹਿੰਦੇ ਰਹੇ ਨੇ ਲੈ ਕੇ ਜਾਵਾਂਗੇ। ਪਰ once again ਮੈਂ ਇਹੀ ਕਹੂੰਗਾ ਕਿ these all are just claims। ਤੁਹਾਨੂੰ ਡੈਫੀਨੇਟਲੀ ਇਹਦੇ ਬਾਰੇ ਆ ਕੇ ਜ਼ਰੂਰ ਜਾਣਕਾਰੀ ਦੇਣਗੇ ਕਿ ਇੰਨੇ ਲੋਕ ਹੈ ਜਿਹੜੇ ਪੰਜਾਬ ਦੇ ਫਲਾਣੇ ਹਿੱਸੇ ਨਾਲ ਜੁੜੇ ਸੀ, ਕਿਉਂਕਿ ਜਦੋਂ ਉਹ ਗੱਲ ਕਰਦੇ ਆ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਪੰਜਾਬ ਦੀ ਗੱਲ ਕਰਦੇ ਆ, ਜਦੋਂ ਅਫਗਾਨਿਸਤਾਨ ਔਰ ਪਾਕਿਸਤਾਨ ਦਾ ਜਿਹੜਾ ਹਿੱਸਾ ਹੈ ਉਹ ਵੀ ਪੰਜਾਬ ਦੇ ਵਿੱਚ ਹੀ ਆਉਂਦਾ ਸੀ, ਹਰਿਆਣਾ ਔਰ ਹਿਮਾਚਲ ਜਿਹੜਾ ਉਹ ਵੀ ਪੰਜਾਬ ਦੇ ਵਿੱਚ ਆਉਂਦਾ ਸੀ। ਸੋ ਕੀ ਉਹ ਸਾਰੇ ਖਿੱਤੇ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਦਾ ਰੈਫਰੈਂਡਮ ਦੇ ਵਿੱਚ ਕੀ ਸ਼ਮੂਲੀਅਤ ਜਿਹੜੀ ਹੈ ਕਿ ਉਹਦੀ ਇੰਪੋਰਟੈਂਸ ਨਹੀਂ ਬਣਦੀ? ਹਾਂਜੀ ਦੱਸੋ। ਕਿ ਸਿਰਫ ਸੁਰਖੀਆਂ ਵਿੱਚ ਬਣੇ ਰਹਿਣੇ ਦਾ ਮਕਸਦ ਹੈ ਕਿ ਸੁਰਖੀਆਂ 'ਚ ਅਸੀਂ ਬਣੇ ਰਹੀਏ, ਸਾਡੇ ਨਿੱਜੀ ਮੁਫਾਦ ਜਿਹੜੇ ਨੇ ਉਹ ਪੂਰੇ ਹੁੰਦੇ ਰਹਿਣ, ਸਿਰਫ SFJ ਦਾ ਇਹ ਮਕਸਦ ਲੱਗਦਾ ਹੈ? ਹਰ ਵਾਰ ਹਰ ਕੁਝ ਮਹੀਨਿਆਂ ਬਾਅਦ ਰੈਫਰੈਂਡਮ 2020 ਦਾ ਸ਼ਗੂਫਾ ਛੱਡ ਦੋ। ਰਜਿੰਦਰ, ਮੇਰੀ ਜਿੰਨੀ ਕੁ ਸਮਝ ਹੈ ਉਹਦੇ ਮੁਤਾਬਕ ਮੈਂ ਸਮਝਦਾ ਕਿ SFJ ਉਹੀ ਕਦਮ ਚੱਕਦੀ ਹੈ, ਉਹੀ ਪ੍ਰਚਾਰ ਕਰਦੀ ਹੈ ਜੋ ਉਹਨੂੰ ISI ਹਦਾਇਤ ਕਰਦੀ ਹੈ। ਹੁਣ SFJ ਦੀ ਇਨਵੋਲਵਮੈਂਟ ਪੰਜਾਬ ਦੇ ਵਿੱਚ ਅੱਤਵਾਦੀਆਂ ਨੂੰ ਫੰਡ ਕਰਨਾ, ਸਪੋਰਟ ਕਰਨਾ, ਹਥਿਆਰ ਭੇਜਣੇ, ਨਾਰਕੋ ਟੈਰਰਿਜ਼ਮ 'ਚ ਇਨਵੋਲਵ ਹੋਣਾ, ਇਹ ਵੀ ਸਾਹਮਣੇ ਆਇਆ। ਸੋ ਇਹ ਕਹਿਣਾ ਸਿਰਫ ਕਿ SFJ ਇੱਕ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ, ਸੈਲਫ ਡਿਟਰਮੀਨੇਸ਼ਨ ਆਫ ਸਿੱਖਸ ਬਾਰੇ ਲੜਾਈ ਕਰ ਰਹੀ ਆ, that will be something not very proper। ਸੋ ਸਿਰਫ ਇਹ ਚੰਦ ਲੋਕ ਮੇਰੀ ਸਮਝ ਦੇ ਮੁਤਾਬਕ ਜਿਹੜੇ ਕਿ ਵਿਦੇਸ਼ਾਂ 'ਚ ਬੈਠ ਕੇ ਇਹ ਪ੍ਰਚਾਰ ਕਰ ਰਹੇ ਆ, ਇਸ ਮੂਵਮੈਂਟ ਨੂੰ ਖੜਾ ਰੱਖ ਰਹੇ ਆ, ਉਹਨਾਂ ਨੂੰ ਇਹ ਆਵਾਜ਼ ਉਠਾਉਣ ਨਾਲ ਫੰਡ ਮਿਲਦੇ ਆ। ਹੁਣ ਜਿਹੜਾ ਐਲੀਮੈਂਟ ਕਮਿਟਡ ਆ, ਰੈਡੀਕਲ ਆ, ਉਹ ਆਪਣੀ ਤਨਖਾਹ ਦਾ, ਕਮਾਈ ਦਾ ਕਾਫੀ ਹਿੱਸਾ ਇਹਨਾਂ ਨੂੰ ਖੁਸ਼ੀ ਦਿੰਦਾ, ਔਰ ਇਹ ਲੋਕ ਉਹਨੂੰ ਕਹਿੰਦੇ ਆ ਕਿ ਜੀ ਇਹ ਦਸਵੰਤ ਆ ਗਿਆ। ਹੁਣ ਦਸਵੰਤ ਦਾ ਜਿਹੜਾ ਕਨਸੈਪਟ ਹੈ ਸਿੱਖ ਧਰਮ ਦੇ ਵਿੱਚ ਬਹੁਤ ਹੀ ਪਵਿੱਤਰ ਆ, ਕਿ ਤੁਸੀਂ ਇਹ ਜਿਹੜਾ ਪੈਸਾ ਦਸਵੰਤ ਆਪਣੀ ਕਮਾਈ ਚੋਂ ਯੂਜ਼ ਕਰੋ ਫॉर ਦੀ ਅਪਲਿਫਟ ਆਫ ਦੀ ਪੂਅਰ ਨੀਡੀ। ਪਰ ਇਹ ਜਿਹੜਾ ਦਸਵੰਤ ਮੰਗਦੇ ਆ, ਇਹ ਕਿਹੜੀਆਂ ਐਕਟੀਵਿਟੀਜ਼ ਦੇ ਵਿੱਚ ਯੂਜ਼ ਕਰਦੇ ਆ, ਉਹਦੇ ਬਾਰੇ ਲੋਕਾਂ ਨੂੰ ਗੌਰ ਕਰਨੀ ਚਾਹੀਦੀ ਆ, ਇਹਨਾਂ ਨੂੰ ਪੁੱਛਣਾ ਚਾਹੀਦਾ। ਸੋ ਮੇਰੀ ਸਮਝ ਦੇ ਮੁਤਾਬਕ SFJ ਸੁਰਖੀਆਂ 'ਚ ਬਣਿਆ ਰਹਿਣ ਲਈ ਔਰ ਇੱਕ ਮੂਵਮੈਂਟ ਜਿਹੜੀ ਕਿ ਨਕਾਰਤੀ ਗਈ ਹੈ ਪੰਜਾਬ ਦੇ ਵਿੱਚ ਬਹੁਤੇ ਸਿੱਖਾਂ ਵੱਲੋਂ, ਉਹਨੂੰ ਜੀਵਿਤ ਰੱਖਣ ਲਈ ਇਹ ਸ਼ਗੂਫੇ ਛੱਡਦੀ ਆ ਵੀ ਅਸੀਂ ਅੱਜ ਬਰੈਂਪਟਨ 'ਚ ਵੋਟਾਂ ਪਾਉਣੀਆਂ, ਉਦੋਂ ਬਾਅਦ ਅਸੀਂ ਸ਼ਾਇਦ ਵੈਂਕੂਵਰ 'ਚ ਪਾਉਣੀਆਂ, ਫਿਰ ਅਸੀਂ ਕਿਤੇ ਹੋਰ ਪਾਉਣੀਆਂ, ਉਹ ਚਰਚਾ ਹੋ ਜਾਂਦੀ ਆ, ਇੱਕ ਮੋਮੈਂਟਮ ਜਿਹਾ ਬਣ ਜਾਂਦਾ। ਹੁਣ ਇਹ ਕਹਿੰਦੇ ਆ ਜੀ 200 ਤੋਂ ਲੈ ਕੇ 300 ਗੱਡੀਆਂ ਇਹਨਾਂ ਨੇ ਜਲੂਸ 'ਚ ਸ਼ਾਮਲ ਕੀਤੀਆਂ ਰੈਲੀ ਦੇ ਵਿੱਚ, ਸੰਡੇ ਨੂੰ ਹੋਈ ਜਿਹੜੀ ਬਰੈਂਪਟਨ 'ਚ। ਤੇ ਜਿਹੜਾ ਪਾਕਿਸਤਾਨ ਦਾ ਮੀਡੀਆ Jio TV ਕਹਿ ਰਿਹਾ ਕਿ 2000 ਤੋਂ ਉੱਤੇ ਵਹੀਕਲ ਸੀ। ਸੋ ਸਾਬਤ ਕਰਦਾ ਕਿ ਪਾਕਿਸਤਾਨ ਦੀ ਨੌਲੇਜ ਵਿੱਚ ਕਿੰਨੀਆਂ ਵਧਾ ਚੜਾ ਕੇ ਇਹਨੂੰ ਰਿਪੋਰਟ ਕੀਤਾ ਜਾ ਰਿਹਾ। ਸਮੀਰ ਸਾਹਿਬ ਬੈਟਰ ਦੱਸ ਸਕਦੇ ਨੇ ਕਿੰਨੀਆਂ ਦੇਖੋ ਇਹਦੇ 'ਚ ਨਾ ਜਿਹੜੀ ਮਿਸਟਰ ਤੱਗੜ ਨੇ ਗੱਲ ਕਹੀ ਹੈ, ਇਹ ਬਹੁਤ ਆਪਣੇ ਆਪ 'ਚ ਬਹੁਤ ਵੱਡਾ ਸੰਕੇਤ ਦਿੰਦੀ ਹੈ ਇਸ ਗੱਲ ਦਾ ਕਿ ਮੇਨ ਸਟ੍ਰੀਮ ਮੀਡੀਆ ਨੇ ਉਹਨਾਂ ਜ਼ਿਆਦਾ ਕਵਰ ਨਹੀਂ ਕੀਤਾ ਇਸ ਰੈਲੀ ਨੂੰ ਜਿੰਨਾ ਪਾਕਿਸਤਾਨੀ ਮੀਡੀਆ ਨੇ ਕਵਰ ਕੀਤਾ। ਸੋ ਡੈਫੀਨੇਟਲੀ ਮਿਸਟਰ ਤੱਗੜ ਦੇ ਜਵਾਬ ਦੇ ਵਿੱਚ ਬਹੁਤ ਸਾਰੇ ਸੰਕੇਤ ਜਿਹੜੇ ਹੈ ਉਹ ਛੁਪੇ ਹੋਏ ਹੈ। ਸੋ ਮੇਰੇ ਖਿਆਲ ਨਾਲ ਸਮਝਣ ਦੀ ਜ਼ਰੂਰਤ ਹੈ। ਸਮੀਰ ਜੀ, ਜੇ ਇਹੀ ਵੋਟਿੰਗ ਵੈਂਕੂਵਰ 'ਚ ਹੁੰਦੀ ਆ, ਉਹ ਡੇਟ ਫਿਕਸ ਕਰ ਦਿੰਦੇ ਆ, ਜਿਵੇਂ 18 ਸਤੰਬਰ ਬਰੈਂਪਟਨ 'ਚ ਫਿਕਸ ਕੀਤੀ ਇਹਨਾਂ ਨੇ। ਜੇ ਇਸੇ ਤਰ੍ਹਾਂ ਵੈਂਕੂਵਰ ਦੇ ਵਿੱਚ, ਸਰੀ ਦੇ ਵਿੱਚ ਕੋਈ ਡੇਟ ਦੇ ਦਿੰਦੇ ਆ, ਡੂ ਯੂ ਥਿੰਕ ਪੀਪਲ ਵਿਲ ਰਿਸਪੌਂਡ ਇਨ ਲਾਰਜ ਨੰਬਰਸ? ਆਈ ਥਿੰਕ ਜਿੰਨੇ ਕੁ ਬਰੈਂਪਟਨ ਦੇ ਵਿੱਚ ਲੋਕ ਸ਼ਾਮਲ ਹੋਣੇ ਆ, ਇੰਨੇ ਕੀ ਸ਼ਾਇਦ ਇੱਥੇ ਵੈਨਕੂਵਰ ਦੇ ਵਿੱਚ ਵੀ ਹੋਣਗੇ, ਕਿਉਂਕਿ ਐਟ ਦਾ ਐਂਡ ਆਫ ਦਾ ਡੇ ਇਹ ਉਹੀ ਗਰੁੱਪਸ ਹੈ ਜਿਹੜੇ ਆਵਾਜ਼ ਚੁੱਕ ਰਹੇ ਆ, ਔਰ ਮੋਬਿਲਿਟੀ ਇਜ਼ ਨਾਟ ਅ ਇਸ਼ੂ
ਹੈ ਨਾ, ਕਿ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਕਿੱਦਾਂ ਇਹ ਇਨਸ਼ੋਰ ਹੋਊਗਾ ਕਿ ਜਿਹੜੇ ਲੋਕ ਉੱਥੇ ਜਾ ਕੇ ਵੋਟ ਕਰ ਰਹੇ ਆ ਉਹਨਾਂ 'ਚ ਵੈਨਕੂਵਰ ਦੇ ਕੁਝ ਲੋਕ ਨਹੀਂ ਆ ਜਿਹੜੇ ਆਲਰੇਡੀ ਇਸ ਵਿਚਾਰਧਾਰਾ ਨਾਲ ਇੱਥੇ ਜੁੜੇ ਹੋਏ ਆ। ਸੋ ਡੈਫੀਨੇਟਲੀ ਇਹ ਲੋਕ ਜਾ ਕੇ ਵੀ ਉੱਥੇ ਵੋਟ ਕਰਨਗੇ ਜਾਂ ਕਿਸੇ ਵੀ ਤਰੀਕੇ ਨਾਲ ਕਰਨਗੇ ਇਫ देयर इज एनी अदर ਮੈਥੋਡੋਲੋਜੀ। ਸੋ ਜੇ ਇੱਥੇ ਵੀ ਗੱਲ ਹੁੰਦੀ ਹੈ ਤਾਂ ਇਟਸ ਗੋਇੰਗ ਟੂ ਬੀ ਕੁਆਇਟ ਲਾਈਕ ਸੇਮ, ਕਿਉਂਕਿ ਗਰੁੱਪ ਦੇ ਵਿੱਚ ਮੈਂਬਰਸ ਉਨੇ ਕੀ ਹੈ, ਆਮ ਲੋਕਾਂ ਦਾ ਜਿਹੜਾ ਯਕੀਨ ਜਿੱਤਣਾ ਹੈ ਨਾ, ਜਦੋਂ ਰਾਏਸ਼ੁਮਾਰੀ ਦੀ ਆਪਾਂ ਗੱਲ ਕਰਦੇ ਹਾਂ, ਆਮ ਲੋਕਾਂ ਦਾ, ਆਮ ਡਾਇਸਪੋਰਾ ਦਾ ਯਕੀਨ ਜਿੱਤਣਾ, ਉੱਥੇ ਜਾ ਕੇ ਗੱਲ ਪਤਾ ਲੱਗਦੀ ਹੈ ਕਿ ਕੀ ਇਹ ਵਾਕਈ ਜਿਹੜਾ ਰੈਫਰੈਂਡਮ ਹੈ ਇਹ ਆਮ ਲੋਕਾਂ ਦੇ ਵਾਸਤੇ ਰੈਫਰੈਂਡਮ ਹੈ ਜਾਂ ਨਹੀਂ ਹੈ। ਆਮ ਲੋਕ ਕਿੰਨੇ ਕੁ ਬਾਹਰ ਆਉਂਦੇ ਆ ਇਸ ਗੱਲ ਨੂੰ ਲੈ ਕੇ, ਉਹਦੇ ਤੇ ਗੱਲ ਆਉਂਦੀ ਹੈ। ਵਾਂਸ ਅਗੇਨ ਮੇਰੇ ਖਿਆਲ ਦੇ ਨਾਲ ਇਹ ਤਾਂ ਜਿਹੜਾ ਰੈਫਰੈਂਡਮ ਦੀ ਗੱਲ ਕਰ ਰਿਹਾ ਇਹ ਉਹੀ ਲੋਕ ਨੇ ਜਿਹੜੇ ਆਲਰੇਡੀ ਇਸ ਵਿਚਾਰਧਾਰਾ ਨਾਲ ਜੁੜੇ ਹੋਏ ਨੇ। ਸੋ ਤਾਂ ਆਲਰੇਡੀ ਇਹਦੇ ਬਾਰੇ ਗੱਲ ਕਰ ਰਹੇ ਨੇ। ਸੋ ਤਾਂ ਚਾਹੇ ਰੈਫਰੈਂਡਮ ਹੋਏ ਜਾਂ ਨਾ ਹੋਏ, ਦੇ ਆਲਰੇਡੀ ਚੂਜ਼ देयर ਕਾਰਨਰ। ਜੀ ਹੁਣ 200 ਤੋਂ 250 ਜਾਂ 300 ਬੰਦਿਆਂ ਦੀਆਂ ਗੱਡੀਆਂ ਉਹ ਸ਼ਾਮਲ ਹੋਈਆਂ। ਜੇ 200-250 ਬੰਦਾ ਇਕੱਠਾ ਹੋ ਕੇ ਲਾਈਨ ਲਾ ਕੇ ਚੱਲੇ ਤਾਂ ਉਹਨਾਂ ਦੀ ਗਿਣਤੀ ਬਹੁਤ ਥੋੜੀ ਲੱਗਦੀ ਆ। ਜਦੋਂ ਤੁਸੀਂ ਲੰਬੀਆਂ ਲੰਬੀਆਂ ਗੱਡੀਆਂ ਜੋੜਨੀਆਂ ਝੰਡੇ ਲਾ ਕੇ, ਤੇ ਉਹ ਜਿਹੜੀ ਲਾਈਨ ਆ ਇਹੋ ਜਿਹੇ ਇੰਪ੍ਰੈਸ਼ਨ ਦਿੰਦੇ ਆ, ਵਾਹ ਜੀ ਵਾਹ, ਬੱਲੇ ਬੱਲੇ, ਕਿੱਡਾ ਵੱਡਾ ਜਲੂਸ। ਜੋ ਇੱਕ ਸਾਈਕੋਲੋਜੀਕਲ ਵਾਰਫੇਅਰ ਆ, ਇਹ ਦੱਸਣਾ ਚਾਹੁੰਦੇ ਆ ਗੱਡੀਆਂ ਦੀ ਲਾਈਨ ਲਾ ਲਓ, ਇੰਪੈਕਟ ਪਏ ਵੀ ਕਿੱਡਾ ਵੱਡਾ ਜਲੂਸ ਰੈਫਰੈਂਡਮ 2020 ਦੇ ਹੱਕ 'ਚ। ਬਈ ਜਿਹੜੇ ਬੰਦੇ ਗੱਡੀਆਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਬਾਹਰ ਕੱਢ ਕੇ ਦਿਖਾਓ ਕਿੰਨੇ ਇਕੱਠੇ ਹੁੰਦੇ ਹੋ ਤੁਸੀਂ। ਸੋ ਇਹ ਇੱਕ ਮੈਥਡ ਆ ਉਹਨਾਂ ਦਾ, ਸਾਈਕੋਲੋਜੀਕਲ ਵਾਰਫੇਅਰ ਦਾ, ਟੂ ਕ੍ਰੀਏਟ ਐਨ ਇੰਪੈਕਟ, ਫਾਲਸ ਇੰਪੈਕਟ, ਕਿ ਜੀ ਸਾਡਾ ਜਲੂਸ ਬੜਾ ਲੰਬਾ ਤੇ ਸਾਨੂੰ ਸਮਰਥਨ ਬਹੁਤ ਜ਼ਿਆਦਾ ਮਿਲ ਰਿਹਾ। This is my understanding of these car rallies which they are taking out. ਕੀ ਖਿਆਲ ਤੁਹਾਡਾ? ਦੇਖੋ ਇਹ ਤਾਂ ਇੱਕ ਬਹੁਤ ਪ੍ਰੂਵਨ ਫੈਕਟ ਹੈ, ਔਰ ਇਨਫੈਕਟ ਇਹ ਬੜਾ ਇੱਕ ਟਰਸਟਡ ਜਿਹਾ ਫਾਰਮੂਲਾ ਜਿਹੜਾ ਪੋਲੀਟੀਕਲ ਪਾਰਟੀਆਂ ਤੋਂ ਵੀ ਲਿਆ ਗਿਆ ਕਿ ਤੁਸੀਂ ਕਿਸੇ ਭੀੜ ਭਾੜ ਵਾਲੀ ਸੜਕ ਦੇ ਉੱਤੇ ਕੋਈ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿਓ ਤਾਂ ਜਦੋਂ ਪਿੱਛੇ ਸੜਕ ਜਾਮ ਹੁੰਦੀ ਹੈ ਤਾਂ ਜਿਹਦੇ ਫੋਟੋ ਖਿੱਚ ਲਓ ਤਾਂ ਐਂ ਹੀ ਲੱਗਦਾ ਕਿ ਉੱਥੇ ਭੀੜ ਬੜੀ ਇਕੱਠੀ ਕਰਤੀ। I think we have had a very lively discussion ਸਮੀਰ ਜੀ, ਔਰ ਚਾਹਾਂਗੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ, ਚਰਚਾ ਦੇ ਵਿੱਚ ਜਦੋਂ ਤੁਹਾਨੂੰ ਟਾਈਮ ਮਿਲੇ ਸ਼ਾਮਲ ਹੋਵੋ। ਸਾਨੂੰ ਕੈਨੇਡਾ ਦੇ ਡਾਇਸਪੋਰਾ ਬਾਰੇ, ਉਹਨਾਂ ਦੇ ਬਾਰੇ ਗੱਲਾਂ ਦੱਸੋ ਤੇ ਅਸੀਂ ਤੁਹਾਡੇ ਬੜੇ ਰਿਣੀ ਔਰ ਧੰਨਵਾਦੀ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।